ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ ਦੂਸਰਾ। ਨਿਹਾਲੋ ਉਹ ਨਿਹਾਲੀਏ, ਘੋਟੂ ਪੈ ਗਿਆ ਈ ਖਸਮ ਨੂੰ ਖਾਣੀਏ ਕਿ ਸੱਪ ਸੂੰਘ ਗਿਆ ਈ। ਕਿਉਂ ਛੱਤ ਸਿਰ ਤੇ ਚੁੱਕ ਲਈਓ, ਦੱਸ ਕੀ ਆਨਾ ਏ ਨਿਹਾਲੋ ਨੂੰ। ਘੜੀ ਕੋ ਕੰਮ ਲੱਗੀ ਨਹੀਂ ਜੋ ਪਾਰਿਆ ਪਾਰਿਆ ਕਰਨ ਡਹਿ ਪੈਣਾ ਏ। ਮੈਂ ਆਨੀ ਆ, ਦਿਨੋਂ ਦਿਨ ਹੁੰਦਾ ਕੀ ਜਾਂਦਾ ਵੇ ਤੇਰੀ ਮੱਤ ਨੂੰ। ਕਿਸੇ ਬੈਠੇ ਖੜੋਤੇ ਦਾ ਤੇ ਲਿਹਾਜ਼ ਕਰਿਆ ਕਰ। ਉਹ ਨਾ ਮੁਰਾਦੇ, ਮੈਨੂੰ ਤੱਤੇ ਨੂੰ ਨਾ ਤਾਇਆ ਕਰ। ਉੱਤੋਂ ਵੇਲਾ ਤੇ ਵੇਖ, ਤਰਕਾਲਾਂ ਹੋਣ ਲੱਗੀਆਂ ਨੇ। ਹਜੇ ਤੋੜੀ ਰੋਟੀ ਬੁਰਕੀ, ਤੇਰੇ ਢਿੱਡ ਵਿੱਚ ਤੇ ਖੌਰੇ ਡੈਣ ਵੜ ਗਈ ਏ। ਤਰਕਾਲਾਂ ਨਾਲ ਨਾਲੇ ਸੋਤਾ ਪੈ ਗਈ ਤੇਰੇ ਭਾ ਦਾ। ਮੁਨੇਰੇ ਪਹਿਲਾਂ ਚਾਹ ਦਾ ਕਟੋਰਾ ਤੇ 2 ਮੰਨੀਆਂ ਖਾਧੀਆਂ ਏ, ਦੁਪਹਿਰੇ ਫਿਰ ਤੋਸਾ ਬੀੜ ਚੁੱਕਾ ਏ। ਸੂਰਜ ਤੇ ਘਰਾਉਣ ਦੇ ਰਤਾ, ਢਿੱਡ ਨਾ ਹੋਇਆ ਖੂਹ ਹੋ ਗਿਆ ਔਂਤਰਾ। ਸੁਆਹ ਸੱਤਾ ਚੁੱਲ੍ਹਿਆਂ ਦੀ ਖਵਾਈ ਓ ਮੈਨੂੰ। ਸਵੇਰ ਦਾ ਘੁੱਟ ਕਾਹਵਾ ਤੇ ਦੁਪਹਿਰੇ 2 ਫੁਲਕੀਆਂ ਜਿਹੜੀਆਂ ਫੂਕ ਮਾਰਿਆਂ ਉੱਡ ਜਾਣ, ਇਹੋ ਕਿ ਹੋਰ ਕੁਝ। ਬੜੀਆਂ ਜੀਕਣ ਭੁਸਰੀਆਂ ਖਵਾ ਕੇ ਲਿਆ ਰੱਖਦੀ ਏ ਮੇਰੇ ਅੱਗੇ। ਬੂਥਾ ਤੇ ਭੁਸਰੀਆਂ ਹੀ ਖਾਣ ਜੋਗਾ ਏ ਤੇਰਾ। ਅਖੇ ਗੱਲੜੀਆਂ ਭਰਪੂਰ ਤੇ ਵਿੱਚ ਹਰਾਮ ਸੂਰ। ਮੰਜੇ ਤੇ ਬੈਠ ਕੇ ਜ਼ਬਾਨ ਚਲਾਉਣੀ ਉਹ ਸਿੱਖੀਏ। 4 ਪੈਸੇ ਖੱਟ ਕੇ ਵੀ ਲਿਆਂਦੇ ਕਦੀ। ਮੁੰਡੇ ਨੂੰ ਦੇ ਸੀਸਾਂ, ਨਹੀਂ ਤੇ ਨਾਨੀ ਚੇਤੇ ਆ ਜਾਣੀ ਸੀ ਸਾਰੇ ਟੱਬਰ ਨੂੰ। ਅੱਛਾ ਹੁਣ ਬੱਕੜਵਾ ਨਾ ਕਰ ਬਹੁਤੀ, ਤਵਾ ਧਰ ਉੱਠ ਕੇ। ਭੁੱਖ ਨਾਲ ਆਂਦਰਾਂ 'ਚ ਕੜਲ ਪੈਣ ਡਏ ਹੋਏ ਨੇ। ਬੂਹੇ ਤੇ ਕੁੱਤਾ ਬੈਠਾ ਹੋਵੇ, ਬੰਦਾ ਉਹਨੂੰ ਵੀ ਖੰਨੀ ਚੱਪਾ ਸੁੱਟ ਛੱਡਦਾ ਏ। ਤੂੰ ਤਾਂ ਛੁੱਟੜੇ ਕੁੱਤਿਆਂ ਨਾਲੋਂ ਵੀ ਵੱਧ ਸਮਝ ਛੱਡਿਆ ਮੈਨੂੰ। ਮੱਤ ਦੀ ਗੱਲ ਆਖੋ ਤਾਂ ਵੀ ਡਹਿ ਪੈਨੀ ਅੱਗੋਂ ਸਲਵਾਤਾਂ ਸੁਣਾਣ। ਦਿਹਾੜ ਥੋੜੀ ਹੁੰਦੀ ਏ ਚਰਖਾ ਫੂਕਣ ਨੂੰ। ਰੱਬਾ ਕਿਹੜੇ ਪਾਸੇ ਡੁੱਬ ਮਰਾਂ ਮੈਂ ਇਸ ਕਲੂਖਤ ਹੱਥੋਂ। ਰੋਟੀ ਲੈਣੀ ਓ ਕਿ ਜਾਨ ਲੈਣੀ ਓ, ਜੋ ਲੱਗ ਗਿਆ ਏ ਵਾਹ ਨੂੰ ਸੋਟੇ ਮਾਰਨ। ਮੁੰਡੇ ਦੇ ਆਉਣ ਦਾ ਵੇਲਾ ਹੋ ਚੱਲਿਆ ਏ। ਸਰਗੀ ਵੇਲੇ ਦਾ ਵਿਚਾਰਾ 2 ਗਰਾਹੀਆਂ ਖਾ ਕੇ ਗਿਆ ਏ। ਆਉਂਦਾ ਏ ਤਾਂ ਧਰਨੀ ਏ ਤਵਾ, ਨਾਲੇ ਉੱਚਰ ਤੀਕ ਇਹ ਹਥਲੀਆਂ ਪੂਣੀਆਂ 2-4 ਕੱਤ ਲਵਾਂ। ਅੱਗ ਲਾ ਕੇ ਫੂਕ ਪੂਣੀਆਂ ਕੁੜੀਵੀਆਂ ਨੂੰ। ਤੇਰੇ ਚੋਚਲੇ ਤਾਂ ਮੁੱਕਣੇ ਹੀ ਨਹੀਂ, ਅਗਲੇ ਦੀ ਭਾਵੇਂ ਜਾਨ ਚਲੀ ਜਾਏ। ਮੇਰੇ ਚੋਚਲੇ ਕਿ ਤੇਰੇ ਪੁਆੜੇ। ਚੌਥੇ ਦਿਨ ਲੰਗਾਹੇ ਲਾ ਸੁੱਟਣਾ ਏ। ਨਾ ਰੇਜਾ ਉਣਾ ਕੇ ਦੇਂਦੀ ਤਾਂ ਪਾ ਲੈਂਦੇ ਉਹ ਪੋਸ਼ਾਕੇ। ਸ਼ੁਕਰ ਨਹੀਂ ਕਰਦਾ ਜੋ ਊਣਾ ਸਵਾ ਕੇ ਦੇਨੀ ਆ, ਸਗੋਂ ਉਲਟਾ ਆਨੀਆਂ ਟੱਡ ਪੈਂਦਾ ਏ। ਰੱਬਾ ਰੁੜ ਜਾਣੇ ਨੇ ਸਾਰੇ ਸਿਆਪੇ ਮੇਰੀ ਜਾਨ ਨੂੰ ਪਾਣੇ ਸਨ। ਆਪਣਾ ਚਿੱਠਾ ਜੋ ਮਾੜਾ ਹੋਇਆ, ਕਿਸੇ ਨੂੰ ਕਾਹਦਾ ਦੋਸ਼। ਅਸਾਂ ਕਰਮਾਂ ਸੜਿਆਂ ਨੂੰ ਮੌਤ ਵੀ ਨਹੀਂ ਆਉਂਦੀ। ਖਬਰੇ ਰੱਬ ਦੇ ਕਿਹੜੇ ਮਾਂ ਮਾਰੇ ਸਨ। ਇਸ ਬਰੂਦੀ ਜੇ ਵਾਰਤਾਲਾਪ ਤੋਂ ਬਾਅਦ ਘਰ ਵਿੱਚੋਂ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ, ਨਾਲੇ ਗਾਲਾਂ ਦੀ। ਕੁਰਾਲੀ ਤੋਂ ਅੰਬਾਲਾ ਸ਼ਹਿਰ ਵੱਲ ਜਾਣ ਵਾਲੀ ਜਰਨੈਲੀ ਸੜਕ ਦੇ ਖੱਬੇ ਹੱਥ ਜਦੋਂ ਕਿ ਸ਼ਹਿਰ 3 ਕੁ ਮੀਲਾਂ ਦੀ ਵਾਟ ਤੇ ਰਹਿ ਜਾਂਦਾ ਹੈ, ਕਸਮੈਲੇ ਜਿਹੇ ਤੰਬੂਆਂ ਦੀ ਇੱਕ ਬਸਤੀ ਨਜ਼ਰੀ ਆਉਂਦੀ ਹੈ। 20 ਤੰਬੂਆਂ ਦੀਆਂ ਪਲਾਂਘਾਂ ਸੜਕ ਦੇ ਕੰਢੇ ਦੂਰ ਤੱਕ ਚਲੀਆਂ ਗਈਆਂ ਹਨ, ਜਿਨ੍ਹਾਂ ਨੂੰ ਦੂਰੋਂ ਦੇਖ ਕੇ ਜਾਪਦਾ ਹੈ ਜਿਵੇਂ ਮਿਲਟਰੀ ਦੀ ਕੋਈ ਟੁਕੜੀ ਉਤਰੀ ਹੋਈ ਹੋਵੇਗੀ। ਪਰ ਜਿਸ ਕਿਸੇ ਨੂੰ ਕਦੇ ਇਹਨਾਂ ਤੰਬੂਆਂ ਲਾਗਿਓਂ ਲੰਘਣ ਦਾ ਮੌਕਾ ਮਿਲਿਆ ਹੋਵੇਗਾ, ਉਹ ਸਹਿਜੇ ਹੀ ਸਮਝ ਜਾਵੇਗਾ ਕਿ ਇਹ ਰਫਿਊਜੀ ਕੈਂਪ ਹੈ, ਬਲਦੇਵ ਨਗਰ। 15 ਕੁ ਹਜ਼ਾਰ ਬੇਵਤਨਾਂ ਦਾ ਵਾਸਾ ਹੈ ਇਹਨਾਂ ਤੰਬੂਆਂ ਵਿੱਚ, ਜਿਹੜੇ ਇਸ ਵੇਲੇ ਹਕੂਮਤ ਦੀ ਮਦਦ ਹੇਠ ਪਰਵਰਿਸ਼ ਪਾ ਰਹੇ ਨੇ। ਸਰਕਾਰ ਵੱਲੋਂ ਭਾਵੇਂ ਲੱਗਦੀ ਵਾਹ ਇਹਨਾਂ ਦੀਆਂ ਰਾਸ਼ਨ, ਕੱਪੜਾ ਆਦਿ ਜ਼ਿੰਦਗੀ ਦੀਆਂ ਮੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਪਰ ਮਨੁੱਖੀ ਜ਼ਿੰਦਗੀ ਇੰਨੀ ਛੋਟੀ ਨਹੀਂ ਕਿ ਕੇਵਲ ਪੇਟ ਭਰਨ ਨਾਲ ਹੀ ਉਸ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ। ਫਿਰ ਇਹ ਰਾਸ਼ਨ ਦੀ ਦਾਤ ਜਿਹੜੀ ਅੱਜ ਉਹਨਾਂ ਨੂੰ ਪ੍ਰਾਪਤ ਹੈ, ਇਸ ਬਾਰੇ ਵੀ ਤਾਂ ਕੋਈ ਪਤਾ ਨਹੀਂ ਕਿ ਕਦੋਂ ਬੰਦ ਕਰ ਦਿੱਤਾ ਜਾਵੇ, ਜਿਹਾ ਕਿ ਕਈਆਂ ਦੂਸਰੇ ਕੈਂਪਾਂ ਵਿੱਚ ਹੋ ਚੁੱਕਾ ਹੈ। 15,000 ਸ਼ਰਨਾਰਥੀਆਂ ਦੀ ਇਸ ਉਚਾਵੀਂ ਬਸਤੀ ਨੂੰ ਵੇਖ ਕੇ ਕਾਦਰ ਦੀਆਂ ਕੁਦਰਤਾਂ ਯਾਦ ਆ ਜਾਂਦੀਆਂ ਨੇ। ਮੈਲੇ ਚੀਥੜਿਆਂ, ਗੰਦੇ ਉਲਝੇ ਵਾਲਾਂ, ਖੁੱਦੜ ਜੁੱਲਿਆਂ ਤੇ ਉਖੜੀਆਂ ਪੁਖੜੀਆਂ ਮੰਜੀਆਂ ਦੀ ਪੂੰਜੀ ਨਾਲੇ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਨੇ। ਪਾਕਿਸਤਾਨ ਵਿੱਚੋਂ ਇਹ ਲੋਕ ਜੋ ਥੋੜੀ ਬਹੁਤੀ ਪੂੰਜੀ ਲੁਕਾ ਛੁਪਾ ਕੇ ਲਿਆਏ ਸਨ, ਸਾਲ 1.5 ਸਾਲ ਦੇ ਸਮੇਂ ਵਿੱਚੋਂ ਸਾਰੀ ਖਤਮ ਕਰਕੇ ਅੱਗੇ ਲਈ ਕੀ ਬਣੇਗਾ। ਦਿਨ ਰਾਤ ਇਸੇ ਚਿੰਤਾ ਵਿੱਚ ਘੁਲਦੇ ਹੋਏ ਵਕਤ ਨੂੰ ਧੱਕਾ ਦੇਈ ਜਾ ਰਹੇ ਹਨ। ਅੱਜ ਦਾ ਦਿਨ ਇੱਥੇ ਚੜਿਆ ਹੈ, ਭਲਕਦਾ ਕਿੱਥੇ ਚੜੇਗਾ ਇਹਨਾਂ ਨੂੰ ਕੋਈ ਪਤਾ ਨਹੀਂ। ਜਦ ਕਦੇ ਕੋਈ ਇਹੋ ਜਿਹੀ ਅਫਵਾਹ ਉੜਦੀ ਹੈ ਕੈਂਪ ਟੁੱਟ ਜਾਏਗਾ ਜਾਂ ਰਾਸ਼ਨ ਬੰਦ ਹੋ ਜਾਏਗਾ, ਤਾਂ ਸਭ ਛੋਟਿਆਂ ਵੱਡਿਆਂ ਦੇ ਮਾਪੇ ਮਰ ਜਾਂਦੇ ਨੇ। ਕੈਂਪ ਦੇ ਮੈਦਾਨ ਵਿੱਚ ਇਹਨਾਂ ਦੇ ਬੱਚਿਆਂ ਨੂੰ ਵੇਖ ਕੇ ਇਉਂ ਜਾਪਦਾ ਹੈ ਜਿਵੇਂ ਸਦੀਆਂ ਤੋਂ ਹੀ ਇਹ ਲੋਕ ਮਨੁੱਖੀ ਸੱਭਿਅਤਾ ਤੋਂ ਲਾਂਭੇ ਰਹਿੰਦੇ ਆ ਰਹੇ ਹਨ। ਨੰਗੇ ਤੇ ਅੱਧ ਨੰਗੇ, ਮਿੱਟੀ ਘੱਟੇ ਨਾਲ ਪਲੇਥਲੇ ਹੋਏ, ਕਾਲੇ ਤੇ ਬਦਸੂਰਤ, ਰੋਗੀ ਤੇ ਸੜੀਅਲ ਜਿਹੇ, ਜੂਆਂ ਮੱਖੀਆਂ ਦੇ ਪਾਲਕ ਤੇ ਮੈਲ ਦੇ ਪੁਲਿੰਦੇ। ਬਹੁਤੇ ਅੱਖਾਂ ਦੇ ਰੋਗੀ, ਕਈਆਂ ਦੇ ਪੇਟ ਵਧੇ ਹੋਏ, ਸਰੀਰ ਪਿੰਜਰ, ਸੁੱਕੇ ਹੋਏ ਤੇ ਹੜਬੂ ਕਰਦੀਆਂ ਅੱਖਾਂ। ਇਹਨਾਂ ਨੂੰ ਵੇਖ ਕੇ ਕੋਈ ਕਹਿ ਸਕਦਾ ਹੈ ਕਿ ਕਦੀ ਇਹਨਾਂ ਨੂੰ ਚੰਗੇ ਦਿਨ ਵੇਖੇ ਹੋਣਗੇ।
ਕੀ ਕਿਸੇ ਦਾ ਦਿਲ ਮੰਨੇਗਾ ਕਿ ਕਦੀ ਇਹ ਚਾਵਾਂ ਮਲਾਰਾਂ ਹੇਠ ਜ਼ਿੰਦਗੀ ਦੀਆਂ ਅਮੀਰ ਘੜੀਆਂ ਮਾਣ ਚੁੱਕੇ ਹਨ? ਇਹਨਾਂ ਦੀਆਂ ਰੂਪ ਜੋਬਨ ਲੱਦੀਆਂ ਮਾਵਾਂ ਭੈਣਾਂ ਜਿਹੜੀਆਂ ਅੱਜ ਮੁਸ਼ਕੇ ਹੋਏ ਚੀਥੜਿਆਂ ਵਿੱਚ ਹੁਬਕ ਰਹੀਆਂ ਤੇ ਜਿਨ੍ਹਾਂ ਦੇ ਰੁੱਖੇ ਝਾਟੇ ਹਵਾ ਵਿੱਚ ਉੱਡ ਰਹੇ ਨੇ, ਵੇਖ ਕੇ ਕਿਸੇ ਨੂੰ ਯਕੀਨ ਆਵੇਗਾ ਕਿ ਕਦੀ ਇਹਨਾਂ ਵੀ ਅਤਰ ਫੁਲੇਲ ਦੀਆਂ ਮਹਿਕਾਂ ਵਿੱਚ ਆਪਣੇ ਹੁਸਨ ਨੂੰ ਸਵਾਰਿਆ ਹੋਵੇਗਾ। ਯਕੀਨ ਕਿਸੇ ਨੂੰ ਆਵੇ ਨਾ ਆਵੇ, ਪਰ ਅਸਲੀਅਤ ਵੱਲੋਂ ਤੱਕਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਸ ਬਦਨਸੀਬਾਂ ਦੀ ਬਸਤੀ ਵਿੱਚ ਬੇਉੜਕ ਤਖਤ ਹਜ਼ਾਰੇ ਦੇ ਵਾਲੀ ਤੇ ਅਣਗਿਣਤ ਝੰਗ ਸਿਆਲਾਂ ਦੀਆਂ ਸਲੇਟੀਆਂ ਮੌਜੂਦ ਹਨ। ਗਰੀਬੀ ਹੀ ਸਾਰੇ ਦੁੱਖਾਂ ਤੇ ਕਲੇਸ਼ਾਂ ਦੀ ਮਾਂ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਕਈ ਥਾਈਂ ਗਰੀਬੀ ਦੇ ਸਾਮਰਾਜ ਵਿੱਚ ਵੀ ਸੁੱਖ ਦੀ ਝਲਕ ਦਿਖਾਈ ਦੇ ਜਾਂਦੀ ਹੈ, ਜਿੱਥੇ ਦਿਲਾਂ ਦੀ ਇਕਸੁਰਤਾ ਹੋਵੇ। ਪਰ ਇਸ ਛੋਟੇ ਜਿਹੇ ਕੁਨਬੇ ਨੂੰ ਬਦਕਿਸਮਤੀ ਨੇ ਇਸ ਚੀਜ਼ ਤੋਂ ਵੀ ਵਾਂਝਿਆ ਹੀ ਰੱਖਿਆ ਹੈ, ਜਿਸ ਕਰਕੇ ਇੱਥੇ ਹਮੇਸ਼ਾ ਕਲਾ ਕਲੰਦਰ ਵਸਤੇ ਤੇ ਘੜਿਓ ਪਾਣੀ ਨਸ਼ੇ ਵਾਲੀ ਹਾਲਤ ਬਣੀ ਰਹਿੰਦੀ ਹੈ। ਇਸ ਦਾ ਮੂਲ ਕਾਰਨ ਜੇ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਲੱਭ ਪਵੇਗਾ, ਤੇ ਉਹ ਹੈ ਗਰੀਬੀ ਤੋਂ ਛੁੱਟ ਮੱਘਰਮਲ ਦੇ ਸੁਭਾਅ ਦੀਆਂ ਕੁਝ ਊਣਤਾਈਆਂ। ਕਿਸੇ ਜ਼ਮਾਨੇ ਉਹ ਇੱਕ ਰੱਜੀ ਪੁੱਜੀ ਸ਼ਖਸੀਅਤ ਸੀ, ਪੈਸੇ ਦੀ ਉਸ ਪਾਸ ਥੋੜ ਨਹੀਂ ਸੀ, ਹੁੱਕੇ ਤਮਾਕੂ ਦਾ ਤਾਂ ਆਦੀ ਹੈ ਹੀ ਸੀ, ਉੱਤੋਂ ਪੈ ਗਿਆ ਅਮਲੀਆਂ ਦੀ ਸੰਗਤ ਵਿੱਚ, ਜਿੱਥੋਂ ਭੰਗ ਅਫੀਮ ਆਦਿ ਕਈ ਜ਼ਹਿਮਤਾਂ ਉਸਨੂੰ ਹੋਰ ਚਿੰਬੜ ਗਈਆਂ। ਖੁੱਲਾ ਪੈਸਾ ਹੋਣ ਕਰਕੇ ਅਮਲ ਉਸਦੇ ਰਸਤੇ ਵਿੱਚ ਕੋਈ ਖਾਸ ਰੋਕ ਨਾ ਪਾ ਸਕੇ। ਜਦੋਂ ਪੰਜਾਬ ਉੱਤੇ 1947 ਦੀ ਖੂਨੀ ਹਨੇਰੀ ਝੁੱਲੀ ਤਾਂ ਇਸ ਕੁਨਬੇ ਨੂੰ ਵੀ ਆਪਣਾ ਭਰਿਆ ਭਰਾਇਆ ਘਰ ਤੇ ਚਲਦੀ ਦੁਕਾਨ ਛੱਡ ਕੇ ਸਰਗੋਧੇ ਤੋਂ ਨੱਸਣਾ ਪਿਆ। ਉਹੀ ਅਮਲ ਇਸ ਘਰ ਲਈ ਜੰਮਦਾ ਰੂਪ ਹੋ ਗਿਆ। ਪਹਿਲਾਂ ਇਹਨਾਂ ਨੂੰ ਰਾਸ਼ਨ ਮੁਫਤ ਮਿਲਦਾ ਸੀ, ਪਰ ਜਦ ਤੋਂ ਮੱਘਰਮਲ ਦੇ ਲੜਕੇ ਨੇ ਇੱਕ ਪ੍ਰੈਸ ਵਿੱਚ ਨੌਕਰੀ ਕਰ ਲਈ ਤਦ ਤੋਂ ਸਰਕਾਰੀ ਰਾਸ਼ਨ ਇਹਨਾਂ ਦਾ ਬੰਦ ਹੋ ਚੁੱਕਾ ਹੈ। ਹੁਣ 40 ਰੁਪਏ ਤਨਖਾਹ ਵਿੱਚ ਹੀ ਇਹਨਾਂ ਨੂੰ ਘਰ ਦੇ ਸਾਰੇ ਖਰਚੇ ਤੋਰਨੇ ਪੈਂਦੇ ਨੇ। ਸਾਰੇ ਰਲਾ ਕੇ 6 ਜੀ ਨੇ, ਮੱਘਰਮਲ, ਨਿਹਾਲੋ ਤੇ ਉਸਦੀਆਂ 4 ਸੰਤਾਨਾਂ। ਸਭ ਤੋਂ ਵੱਡਾ ਨਵਲ ਕਿਸ਼ੋਰ ਹੈ ਤੇ ਉਸ ਤੋਂ ਛੋਟੀਆਂ 2 ਕੁੜੀਆਂ, ਲੀਲੋ ਤੇ ਸ਼ੀਲੋ, ਜਿਨ੍ਹਾਂ ਦੀ ਉਮਰ 15 ਤੇ 12 ਸਾਲ ਹੈ। ਸਭ ਤੋਂ ਛੋਟਾ ਹੈ 7 ਸਾਲਾਂ ਦਾ ਵਿਜੇ ਕੁਮਾਰ। ਮੰਨਣ ਵਿੱਚ ਨਹੀਂ ਆਉਂਦਾ ਕਿ ਐਡਾ ਵੱਡਾ ਟੱਬਰ ਕੇਵਲ 40 ਰੁਪਈਆਂ ਦੀ ਛੋਟੀ ਜਿਹੀ ਰਕਮ ਨਾਲ ਪੂਰੇ 30 ਦਿਨ ਗੁਜ਼ਾਰਦਾ ਹੋਵੇਗਾ। ਪਰ ਇਸ ਭਾਗੇ ਟੱਬਰ ਦੀ ਚਿੰਤਾ ਦੀ ਹੱਦ ਕੇਵਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ। ਇਹਨਾਂ ਲੋਕਾਂ ਦੇ ਸਰੀਰਾਂ ਵਿੱਚ ਜੇ ਹਜੇ ਵੀ ਰੱਤ ਦਾ ਬਚਿਆ ਖੁਚਿਆ ਤੁਮਕਾ ਮੌਜੂਦ ਹੈ ਤਾਂ ਉਸਨੂੰ ਚੂਸਣ ਲਈ ਇੱਕ ਹੋਰ ਚੋਕ ਚਲੀ ਆ ਰਹੀ ਹੈ, ਜਿਹੜੀ ਛੇਤੀ ਇਸ ਤੰਬੂ ਵਿੱਚ ਹੈ ਦੀ ਮੁਹਾਰਨੀ ਆ ਛਿੜੇਗੀ। ਨਿਹਾਲੋ ਨੂੰ ਜਿਸ ਦਿਨ ਇਸ ਦਾ ਅਹਿਸਾਸ ਹੋਇਆ, ਉਹ ਦਿਹਾੜਾ ਇਸ ਜਨਾਨੀ ਲਈ ਸਭ ਤੋਂ ਕਸ਼ਟਮਈ ਸੀ। ਉਮੀਦਵਾਰੀ ਦੀ ਅਨੁਭਵਤਾ ਨਾਲੋਂ ਜੇ ਕਦੀ ਉਸਨੂੰ ਆਪਣੇ ਤੰਬੂ ਵਿੱਚ ਕੋਈ ਫਨੀਅਰ ਨਗ ਦਿਸ ਪੈਂਦਾ ਤਾਂ ਇਸ ਤੋਂ ਜ਼ਿਆਦਾ ਨਾ ਸਹਿਮਦੀ। ਨਿਹਾਲੋ ਮੁੱਢ ਤੋਂ ਸੁਭਾਅ ਦੀ ਤਿੱਖੀ ਨਹੀਂ ਸੀ। ਕਿਸੇ ਸਮੇਂ ਉਹ ਕਾਫੀ ਹਲੀਮ ਤੇ ਮਿੱਠ ਬੋਲੀਆਂ ਤੀਵੀਆਂ ਵਿੱਚ ਗਿਣੀ ਜਾਂਦੀ ਸੀ, ਪਰ ਜਿਉਂ-ਜਿਉਂ ਸਮਾਂ ਆਪਣਾ ਰੰਗ ਵਟਾਂਦਾ ਗਿਆ, ਨਿਹਾਲੋ ਦੇ ਸੁਭਾਅ ਵਿੱਚ ਤਬਦੀਲੀ ਆਉਂਦੀ ਗਈ। ਜੇ ਕੁਝ ਕਸਰ ਸੀ ਤਾਂ ਇਸ ਮਨਹੂਸ ਉਮੀਦਵੇਰੀ ਨੇ ਪੂਰੀ ਕਰ ਦਿੱਤੀ ਸੀ, ਜਿਸ ਦਾ ਜ਼ਿੰਮੇਵਾਰ ਉਹ ਆਪਣੇ ਪਤੀ ਨੂੰ ਠਹਿਰਾਂਦੀ ਸੀ। ਫਿਰ ਪਤੀ ਵੀ ਕਿਉਂ ਜਿਹਾ ਨਖੱਟੂ, ਅਮਲੀ ਤੇ ਬੜਬੋਲਾ। ਫਿਰ ਵੀ ਨਿਹਾਲੋ ਦੇ ਸਬਰ ਦਾ ਪਿਆਲਾ ਨਾ ਛਲਕਦਾ ਜੇ ਉਸਦਾ ਪਤੀ ਐਬਾਂ ਨੂੰ ਲੁਕੋ ਕੇ ਬੈਠਾ ਰਹਿੰਦਾ। ਪਰ ਜਦ ਤੋਂ ਮੱਘਰਮਲ ਨੇ ਕੈਂਪ ਵਿੱਚ ਪ੍ਰਵੇਸ਼ ਕੀਤਾ ਤਦ ਤੋਂ ਉਸਨੂੰ ਜਿਹੜੀ ਚੋਰੀ ਚਕਾਰੀ ਦੀ ਇੱਲਤ ਲੱਗ ਗਈ, ਨਿਹਾਲੋ ਵਰਗੀ ਧਾਰਮਿਕ ਵਾਤਾਵਰਨ ਵਿੱਚ ਪਲੀ ਹੋਈ ਤੀਵੀਂ ਲਈ ਇਹ 1000 ਮੌਤਾਂ ਨਾਲੋਂ ਵੱਧ ਭਿਆਨਕ ਸੀ। ਵਿਚਾਰੇ ਨਵਲ ਕਿਸ਼ੋਰ ਦੀ ਸ਼ਾਮਤ। ਉਸਦੇ 40 ਵਿੱਚੋਂ ਜੇ 10 ਅਫੀਮ ਦੇ ਕੱਟੇ ਜਾਣ ਤਾਂ ਬਾਕੀ ਘਰ ਦੇ ਖਰਚ ਚਲਾਉਣ ਲਈ ਕੀ ਬਚਿਆ। ਇਸੇ ਕਾਰਨ ਪਤੀ ਪਤਨੀ ਵਿੱਚ ਦਿਨ ਰਾਤ ਮਹਾਭਾਰਤ ਮੱਚਿਆ ਰਹਿੰਦਾ। ਅਖੀਰ ਮਰਦਾ ਕੀ ਨਹੀਂ ਕਰਦਾ। ਮੱਘਰਮਲ ਪਾਸ ਛੋਟੇ ਇਸ ਤੋਂ ਕੋਈ ਚਾਰਾ ਨਹੀਂ ਸੀ ਕਿ ਜਿੱਥੋਂ ਜੋ ਕੁਝ ਲੱਭੇ ਚੁੱਕ ਲਿਆਵੇ ਤੇ ਘਰਦਿਆਂ ਤੋਂ ਚੋਰੀ ਬਾਜ਼ਾਰ ਵੇਚ ਕੇ ਆਪਣੇ ਅਮਲ ਪਾਣੀ ਦਾ ਖਰਚ ਨਿਭਾਵੇ। ਕੈਂਪ ਵਿੱਚ ਉਸਦੀਆਂ ਕਈ ਚੋਰੀਆਂ ਫੜੀਆਂ ਵੀ ਜਾ ਚੁੱਕੀਆਂ ਸਨ। ਇੱਕ ਵਾਰੀ ਇੱਕ ਸ਼ਰਨਾਰਥੀ ਦੀ ਸ਼ਿਕਾਇਤ ਉੱਤੇ ਅੱਧੀ ਰਾਤ ਕੈਂਪ ਕਮਾਂਡੈਂਟ ਤੇ ਸੁਪਰਵਾਈਜ਼ਰ ਨੇ ਜਦ ਉਸਦੇ ਤੰਬੂ ਦੀ ਤਲਾਸ਼ੀ ਲਈ ਤਾਂ ਉਸਦੇ ਮੰਜੇ ਹੇਠੋਂ ਤੇ ਗੋਦੜੀਆਂ ਵਿੱਚੋਂ ਕੁਝ ਪਿੱਤਲ ਦੇ ਭਾਂਡੇ ਨਿਕਲੇ, ਜੋ ਉਸਨੇ ਪੱਥਰ ਨਾਲ ਕੁੱਟ-ਕੁੱਟ ਕੇ ਗੋਲੇ ਜਿਹੇ ਬਣਾ ਰੱਖੇ ਸਨ। ਇਸ ਤੋਂ ਛੁੱਟ ਕੁਝ ਕੱਪੜੇ ਤੇ ਕਈ ਜੋੜੇ ਜੁੱਤੀਆਂ ਦੇ, ਜਿਸ ਬਦਲੇ ਮੱਘਰਮਲ ਨੂੰ ਕਿੰਨੀਆਂ ਕੁ ਲਾਹਨਤਾਂ ਫਿਟਕਾਰਾਂ ਪਈਆਂ। ਹੋਰ ਕੋਈ ਬੰਦਾ ਹੁੰਦਾ ਤਾਂ ਡੁੱਬ ਕੇ ਮਰ ਜਾਂਦਾ, ਪਰ ਮੱਘਰਮਲ ਦੀ ਗੈਰਤ ਸ਼ਾਇਦ ਅਫੀਮ ਦੀ ਡੱਬੀ ਵਿੱਚ ਬੰਦ ਹੋ ਚੁੱਕੀ ਸੀ। ਕੈਂਪ ਕਮਾਂਡੈਂਟ ਭਲਾ ਆਦਮੀ ਸੀ, ਉਸਨੇ ਮੁਆਫੀ ਦੇ ਦਿੱਤੀ, ਪਰ ਕੀ ਉਸ ਤੋਂ ਬਾਅਦ ਮੱਘਰਮਲ ਆਪਣੀ ਆਦਤ ਤੋਂ ਬਾਜ਼ ਆ ਗਿਆ। ਉਸਨੇ ਘਰਦਿਆਂ ਤੋਂ ਚੋਰੀ ਹੋਰ ਵੀ ਕਈ ਤਰ੍ਹਾਂ ਦੀਆਂ ਜਾਹਲ ਸਾਜ਼ੀਆਂ ਕੀਤੀਆਂ। ਇੱਕ ਵਾਰੀ ਜਦ ਉਸਨੂੰ ਪਤਾ ਲੱਗਾ ਕਿ ਵਿਧਵਾਵਾਂ ਨੂੰ 10 ਰੁਪਏ ਮਹੀਨਾ ਸਰਕਾਰ ਵੱਲੋਂ ਵਜ਼ੀਫਾ ਮਿਲਣ ਦਾ ਐਲਾਨ ਹੋਇਆ ਹੈ ਤਾਂ ਉਸਨੇ ਚੁੱਪ-ਚਪਾਤੇ ਹੀ ਆਪਣੀ ਵੱਡੀ ਲੜਕੀ ਲੀਲੋ ਦੇ ਨਾਂ ਹੇਠ ਇੱਕ ਦਰਖਾਸਤ ਦੇ ਦਿੱਤੀ, ਜਿਸ ਵਿੱਚ ਉਹ ਕੁਆਰੀ ਲੜਕੀ ਨੂੰ ਵਿਧਵਾ ਪ੍ਰਗਟ ਕਰਕੇ ਕਈ ਮਹੀਨੇ ਤੱਕ ਵਜ਼ੀਫਾ ਵਸੂਲ ਕਰਦਾ ਰਿਹਾ। ਜਦੋਂ ਭੇਤ ਖੁੱਲਿਆ ਤਾਂ ਸਾਰੇ ਕੈਂਪ ਨੇ ਉਸ ਨਾਲ ਕੁੱਤੇ ਦੀ ਬਾਤ ਕੀਤੀ।
ਇਦਾਂ ਦੀਆਂ ਹੇਰਾ-ਫੇਰੀਆਂ ਕਰਦਾ ਹੋਇਆ ਉਹ ਅਫੀਮ ਦੀ ਡੱਬੀ ਨੂੰ ਖਾਲੀ ਨਹੀਂ ਸੀ ਹੋਣ ਦਿੰਦਾ। ਹੌਲੀ-ਹੌਲੀ ਉਸ ਦੀਆਂ ਆਦਤਾਂ ਇੰਨੀਆਂ ਨਸ਼ਰ ਹੋਣ ਲੱਗੀਆਂ ਕਿ ਹਰ ਕੋਈ ਉਸ ਤੋਂ ਚੁਕੰਨਾ ਰਹਿਣ ਲੱਗਾ। ਉਸ ਦਾ ਇਹ ਕੰਮ ਸੀ ਕਿ ਅੱਧੀ ਕੁ ਰਾਤੀ ਤੰਬੂ ਤੋਂ ਨਿਕਲ ਕੇ ਕੈਂਪ ਵਿੱਚ ਚੱਕਰ ਕੱਟਦਾ। ਤੰਬੂਆਂ ਨੂੰ ਕੋਈ ਕੁੰਡੀ ਜਿੰਦਰਾ ਤਾਂ ਹੁੰਦਾ ਨਹੀਂ, ਜਿਸ ਦਾ ਜੋ ਕੁਝ ਹੱਥ ਲੱਗ ਗਿਆ ਉਡਾਣ ਦੀ ਕਰਦਾ। ਪਰ ਹੁਣ ਜਦ ਤੋਂ ਉਸ ਉੱਤੇ ਨਿਗਰਾਨੀ ਹੋਣੀ ਸ਼ੁਰੂ ਹੋਈ, ਤਦ ਤੋਂ ਉਸ ਦਾ ਇਹ ਰਸਤਾ ਬੰਦ ਹੋ ਗਿਆ। ਵਿਚਾਰੀ ਨਿਹਾਲੋ ਪਤੀ ਦੇ ਕੁਕਰਮਾਂ ਨੂੰ ਵੇਖਦੀ ਵੇਖਦੀ ਨੱਕ ਜਾਣ ਆ ਗਈ ਹੈ, ਜਿਸ ਕਰਕੇ ਉਸ ਨੂੰ ਇਹ ਫੁੱਟੀ ਅੱਖੀ ਨਹੀਂ ਪਾਉਂਦਾ। ਪਰ ਨਵਲ ਕਿਸ਼ੋਰ ਦੀ ਇਹ ਹਾਲਤ ਨਹੀਂ। ਆਪਣੇ ਪਿਓ ਦੇ ਐਬਾਂ ਤੋਂ ਉਹ ਪੁਰ ਦੁਖੀ ਹੈ, ਫਿਰ ਵੀ ਉਸ ਲਈ ਉਸਦੇ ਦਿਲ ਵਿੱਚ ਹਮਦਰਦੀ ਦਾ ਜਜ਼ਬਾ ਹੈ। ਉਹ ਲੱਗਦੀ ਵਾਹ ਉਸਦੀ ਮਦਦ ਕਰਦਾ ਹੈ। ਮਾਂ ਤੋਂ ਚੋਰੀ ਕਈ ਵਾਰੀ ਉਸ ਨੂੰ ਅਫੀਮ ਲਿਆ ਦਿੰਦਾ, ਪਰ ਉਦੋਂ ਜਦ ਉਹਨਾਂ ਨੂੰ ਰਾਸ਼ਨ ਮਿਲਦਾ ਸੀ ਤੇ ਉਹ ਆਪ ਮਿਹਨਤ ਮਜ਼ਦੂਰੀ ਕਰਕੇ ਕੁਝ ਨਾ ਕੁਝ ਵਾਧੂ ਕਮਾਈ ਕਰ ਲਿਆਉਂਦਾ। ਹੁਣ ਪਿਓ ਦੀ ਅਫੀਮ ਲਈ ਬੱਚਤ ਕਰੇ ਤਾਂ ਕਿੱਥੋਂ? ਉਹ ਜਾਨ ਮਾਰ ਵੀ ਮਿਹਨਤ ਕਰਦਾ, 4-4 6-6 ਘੰਟੇ ਓਵਰਟਾਈਮ ਲਾ ਕੇ ਲੱਗਦੀ ਵਾਹ ਉਸਦਾ ਅਮਲ ਪਾਣੀ ਤੋਰਦਾ। ਪਰ ਮਿਹਨਤ ਕਸ਼ੀ ਤੇ ਦਿਨ ਰਾਤ ਦੀ ਚਿੰਤਾ ਨਾਲੇ ਘਰ ਹਰ ਵੇਲੇ ਦਾ ਪਿੱਟ ਕਰੱਟਾ ਸਹਿੰਦਿਆਂ ਉਸਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਹੈ। ਕਈ ਵਾਰੀ ਤਾਂ ਰਾਤੀ ਸੁੱਤਾ ਅਜੀਬ ਗੱਲਾਂ ਸੋਚਣ ਲੱਗ ਪੈਂਦਾ ਹੈ। ਘਰ-ਬਾਰ ਛੱਡ ਕੇ ਕਿਤੇ ਨਿਕਲ ਜਾਵਾਂ, ਕੁਝ ਖਾ ਕੇ ਮਰ ਜਾਵਾਂ, ਕਿਤੇ ਜੇ ਦਾ ਲੱਗੇ ਤਾਂ ਕਿਸੇ ਸ਼ਾਹੂਕਾਰ ਦੇ ਘਰ ਡਾਕਾ ਮਾਰ ਲਿਆਵਾਂ। ਉਸਦੀ ਚਿੰਤਾ ਦਾ ਸਿਲਸਿਲਾ ਇੱਥੇ ਖਤਮ ਨਹੀਂ ਸੀ ਹੋ ਜਾਂਦਾ। ਉਸ ਦੀ ਭੈਣ ਹੁਣ ਵਿਆਹੁਣ ਜੋਗੀ ਹੋ ਗਈ ਸੀ। ਭਾਵੇਂ ਉਹ ਜਾਣਦਾ ਸੀ ਕਿ ਅੱਜ-ਕੱਲ ਸ਼ਰਨਾਰਥੀਆਂ ਵਿੱਚ ਵਿਆਹ ਸ਼ਾਦੀ ਦੀ ਰਸਮ ਸਾਦੀ ਹੋ ਗਈ ਹੈ, ਫਿਰ ਵੀ ਕੁਝ ਨਾ ਕੁਝ ਤਾਂ ਕਰਨਾ ਹੀ ਹੋਵੇਗਾ। ਕੁੜੀ ਲਈ 4 ਕੱਪੜੇ ਸਹੀ, 4 ਜਾਂਗੀਆਂ ਨੂੰ ਮਿੱਠੇ ਚੌਲਾਂ ਦੀ ਗਰਾਹੀ ਸਹੀ, ਪਰ ਜਦ ਉਹ ਘਰ ਵਿੱਚ ਝਾਤੀ ਮਾਰਦਾ ਤਾਂ ਕਲੇਜਾ ਫੜ ਕੇ ਰਹਿ ਜਾਂਦਾ। ਉਸ ਦੀ ਮਾਂ ਪਾਸ ਜਿੰਨਾ ਟੂਮ ਟੱਲਾ ਸੀ, ਸਾਰਾ ਖਤਮ ਹੋ ਜਾਣ ਤੋਂ ਬਾਅਦ ਉਹ ਗੁਆਂਢੀਆਂ ਪਾਸੋਂ ਕਰਜ਼ ਚੁੱਕ ਕੇ ਵੀ ਵਰਤ ਚੁੱਕੀ ਸੀ। ਮਗਰ ਮੱਲ ਇਸ ਸਾਰੀ ਮੁਸੀਬਤ ਦਾ ਦੋਸ਼ ਨਿਹਾਲੋਂ ਦੇ ਸਿਰ ਥੱਪਦਾ ਸੀ। ਬੇਕਸੂਰ ਤਾਂ ਉਹ ਆਪਣੇ ਆਪ ਨੂੰ ਵੀ ਨਹੀਂ ਸੀ ਕਹਿੰਦਾ, ਕਿਉਂਕਿ ਆਪਣੇ ਹੀਜ ਪਿਆਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਪਰ ਦੁੱਖ ਬਹੁਤਾ ਉਸ ਨੂੰ ਇਸੇ ਗੱਲ ਦਾ ਸੀ ਕਿ ਨਿਹਾਲੋ ਉਸ ਨੂੰ ਦੇਵਤਾ ਸਮਝ ਕੇ ਉਸ ਦੀ ਪੂਜਾ ਕਿਉਂ ਨਹੀਂ ਕਰਦੀ। ਜੇ ਕਦੀ ਏਦਾਂ ਕਰਦੀ ਹੁੰਦੀ ਤਾਂ ਕਿਉਂ ਫਿਕਰਾ ਗਮਾਂ ਤੋਂ ਖਹਿੜਾ ਛੁਡਾਉਣ ਦੇ ਖਿਆਲ ਨਾਲ ਉਹ ਅਫੀਮ ਦੇ ਗੋਲੇ ਵਿੱਚ ਦਿਨੋਂ ਦਿਨ ਵਾਧਾ ਕਰੀ ਜਾਂਦਾ। ਕਿ ਉਹ ਨਹੀਂ ਜਾਣਦਾ ਕਿ ਇੱਕ ਤਾਂ ਉਂਝ ਹੀ ਅਫੀਮ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ, ਦੂਜਾ ਘਰ ਵਿੱਚ ਪੈਸੇ ਦੀ ਤੰਗੀ। ਪਰ ਉਹ ਮਜਬੂਰ ਸੀ, ਬੇਵਸ ਵੀ। ਜਦੋਂ ਹੀ ਉਸਦੇ ਦਿਲ ਨੂੰ ਚੋਭ ਵੱਜਦੀ ਕਿ ਇਸ ਦੇ ਅੰਦਰ ਤੋਂ ਪਿੱਛਾ ਛੁਡਾਉਣ ਲਈ ਉਹ ਮਲਕੜੇ ਹੀ ਫਤੂਹੀ ਦੀ ਜੇਬ ਚੋਂ ਡੱਬੀ ਕੱਢਦਾ ਤੇ ਗੋਲੀ ਵੱਟ ਕੇ ਸੰਗ ਵਿੱਚ ਸੁੱਟ ਲੈਂਦਾ। ਪਰ ਇਹ ਖੇਲ ਕਦ ਤੱਕ ਨਿਭਦਾ? ਘਰ ਵਿੱਚ ਕਲਾ ਕਲੇਸ਼ ਵੱਧਦਾ ਗਿਆ ਤੇ ਮੱਘਰ ਮੱਲ ਦੇ ਮਾਵੇ ਮੋਟੇ ਤੋਂ ਮੋਟੇ ਹੁੰਦੇ ਚਲੇ ਗਏ। ਪਹਿਲਾਂ ਉਹ 8 ਪੈਰੀ ਖਾਂਦਾ ਹੁੰਦਾ ਸੀ, ਫਿਰ 2 ਡੰਗ ਤੇ ਉਸ ਤੋਂ ਬਾਅਦ 3 ਡੰਗ। ਛੇਕੜ ਨੌਬਤ ਇੱਥੋਂ ਤੱਕ ਆ ਪਹੁੰਚੀ ਕਿ ਡੰਗਾਂ ਦਾ ਕੋਈ ਹਿਸਾਬ ਨਾ ਰਿਹਾ। ਜਦੋਂ ਵੀ ਉਸਦੇ ਦਿਲ ਨੂੰ ਚਿੰਤਾ ਦਾ ਡੰਗ ਵੱਜਦਾ ਜਾਂ ਨਿਹਾਲੋ ਦੀ ਫਟਕਾਰ ਸੁਣਾਈ ਦਿੰਦੀ ਕਿ ਝੱਟ ਮਾਵਾ ਮੂੰਹ ਵਿੱਚ। ਮਗਰ ਮੱਲ ਦਾ ਸਾਰਾ ਸਰੀਰ ਅਸਲ ਵਿੱਚ ਮੁੱਕ ਚੁੱਕ ਗਿਆ ਸੀ, ਐਵੇਂ ਅੜਿਆ ਜੁੜਿਆ ਹੱਡੀਆਂ ਦਾ ਪਿੰਜਰ ਹੀ ਬਾਕੀ ਸੀ। ਉਸ ਦਾ ਕੰਮ ਹੈ ਸਾਰਾ ਦਿਨ ਤੰਬੂ ਦੀ ਨੁੱਕਰ ਵਿੱਚ ਪਿਆ ਰਹਿਣਾ, ਹੁੱਕੇ ਨੂੰ ਸੂਟੇ ਲਾਈ ਜਾਣਾ ਤੇ ਬੱਕੀ ਝੱਕੀ ਜਾਣਾ। ਆਮ ਤੌਰ ਤੇ ਅਫੀਮ ਦੇ ਅਮਲੀਆਂ ਨੂੰ ਭੁੱਖ ਘੱਟ ਲੱਗਦੀ ਹੈ, ਪਰ ਮੱਘਰ ਮੱਲ ਇਸ ਤੋਂ ਉੱਕਾ ਉਲਟਾ ਹੈ। ਪਤਾ ਨਹੀਂ ਉਸਦੇ ਅੰਦਰ ਕੋਈ ਬਿਮਾਰੀ ਠਹਿਰੀ ਹੋਈ ਹੈ ਜਾਂ ਕੀ। ਇਧਰੋਂ ਖਾ ਕੇ ਹਟਦਾ ਕਿ ਥੋੜੀ ਦੇਰ ਬਾਅਦ ਫੇਰ ਉਸਦੇ ਢਿੱਡ ਵਿੱਚ ਕਤੂਰੇ ਭੌਂਕਣ ਲੱਗ ਪੈਂਦੇ। ਸਭ ਤੋਂ ਭੈੜੀ ਗੱਲ ਇਹ ਕਿ ਉਹਦੀ ਖਾਧੀ ਹੋਈ ਖੁਰਾਕ ਨਾ ਤਾਂ ਲਹੂ ਪੈਦਾ ਕਰਦੀ, ਨਾ ਚਰਬੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਹੋਰ ਕੋਈ ਸਰੀਰਕ ਤਾਕਤ। ਉਹ ਜੋ ਕੁਝ ਖਾਂਦਾ ਬਸ ਇੱਕੋ ਚੀਜ਼ ਬਣ ਕੇ ਥੋੜੀ ਦੇਰ ਬਾਅਦ ਬਾਹਰ ਆਉਣੀ ਸ਼ੁਰੂ ਹੋ ਜਾਂਦੀ, ਬਲਗਮ। ਇਸੇ ਬਲਗਮ ਦੀ ਬਹੁਤਾਤ ਨੇ ਉਸਦਾ ਮਿਹਦਾ ਲਗਭਗ ਨਿਕਾਰਾ ਕਰ ਦਿੱਤਾ ਸੀ। ਕੋਈ ਚੀਜ਼ ਵੀ ਖਾ ਲਵੇ, ਢਿਕਾਰ ਉਸ ਨੂੰ ਆਈ ਜਾਂਦੇ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਹ ਚਿੱਲਮ ਉੱਤੇ ਚਿੱਲਮ ਤਮਾਕੂ ਦੀ ਚੜਾਈ ਜਾਂਦਾ ਤੇ ਅਖੀਰ ਜਦ ਖੰਘ ਦੇ ਜ਼ੋਰ ਕਾਰਨ ਬਲਗਮ ਦਾ ਪ੍ਰਵਾਹ ਜਾਰੀ ਹੁੰਦਾ ਤਾਂ ਕਿਤੇ ਉਸਦੀ ਖਲਾਸੀ ਹੁੰਦੀ। ਪਰ ਖਲਾਸੀ ਵੀ ਇਸ ਨੂੰ ਕੀਕਨ ਮੰਨਿਆ ਜਾਵੇ, ਜਦ ਇਸ ਤੋਂ ਬਾਅਦ ਝਾਟੀ ਭੁੱਖ ਦਾ ਤਕਾਜ਼ਾ ਸ਼ੁਰੂ ਹੋ ਜਾਂਦਾ। ਖਾਣ ਦੀ ਇੱਲਤ ਉਸ ਨੂੰ ਇੰਨੀ ਬੁਰੀ ਤਰ੍ਹਾਂ ਚੁੰਬੜੀ ਹੋਈ ਸੀ ਕਿ ਇੱਕ ਪਲ ਲਈ ਵੀ ਉਸਦੇ ਜਬਾੜੇ ਨਿਚਲੇ ਨਹੀਂ ਸਨ ਰਹਿ ਸਕਦੇ। ਪਰ ਘਰ ਵਿੱਚ ਭਾਵੇਂ 7 ਪਰਦਿਆਂ ਵਿੱਚ ਲੁਕਾ ਕੇ ਕੋਈ ਖਾਣ ਵਾਲੀ ਚੀਜ਼ ਰੱਖੀ ਜਾਵੇ, ਉਸ ਨੂੰ ਝੱਟ ਬਿੜਕ ਲੱਗ ਜਾਂਦੀ ਤੇ ਜਦ ਤੀਕ ਉਹ ਚੀਜ਼ ਉਸਦੇ ਢਿੱਡ ਵਿੱਚ ਨਾ ਬਹਿ ਜਾਂਦੀ, ਉਸਦੀ ਜ਼ੁਬਾਨ ਦੀ ਕੈਂਚੀ ਬਰਾਬਰ ਘਰਦਿਆਂ ਦੀਆਂ 7 ਕੁੱਲਾਂ ਨੂੰ ਕੁਤਰਦੀ ਰਹਿੰਦੀ। ਹੁਣ ਜਦ ਕਿ ਮੱਘਰ ਮੱਲ ਉੱਕਾ ਹੀ ਕਾਸੇ ਜੋਗਾ ਨਹੀਂ ਰਿਹਾ, ਕੇਵਲ ਪੁੱਤਰ ਦੀ ਕਮਾਈ ਉੱਤੇ ਹੀ ਉਸਦੀ ਰੋਟੀ ਵੀ ਚੱਲਦੀ ਹੈ ਤੇ ਅਮਲ ਪਾਣੀ ਵੀ। ਅਜਿਹੇ ਵੇਲੇ ਉਸਨੂੰ ਕੁਝ ਹਲੀਮੀ, ਕੁਝ ਠਰਮੇ ਦਾ ਰਸਤਾ ਫੜਨਾ ਚਾਹੀਦਾ ਸੀ, ਪਰ ਕਰਮਾਂ ਦੀ ਮਾਰ ਕੇ ਜ਼ੁਬਾਨ ਦੀ ਤੇਜ਼ ਤਰਾਰੀ ਤੇ ਉਸਦੀ ਹੈਂਕੜ ਹਕੂਮਤ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਈ ਹੈ। ਤੰਬੂ ਵਿੱਚ ਮਸੇ 4 ਮੰਜਿਆਂ ਦੀ ਥਾਂ ਸੀ। ਇੱਕ ਪਾਸੇ ਮੱਘਰ ਮੱਲ ਆਪਣੇ ਪੁਰਾਣੇ ਢਿੱਲੇ ਤੇ ਧੁਆਖੇ ਹੋਏ ਮੰਜੇ ਤੇ ਗੁੱਛਾ ਮੁੱਛਾ ਹੋ ਕੇ ਪਿਆ ਰਹਿੰਦਾ,
ਜਿਸ ਦੇ ਸੱਜੇ ਪਾਸੇ ਇੱਕ ਲੋਹੇ ਦੇ ਕੰਢਿਆਂ ਟੁੱਟੇ ਪਾਟੇ ਵਿੱਚ ਪਾਥੀਆਂ ਦਾ ਧੂੰਆਂ ਤੁਖਦਾ ਰਹਿੰਦਾ ਤੇ ਖੱਬੇ ਪਾਸੇ ਉਸਦੇ ਮੰਜੇ ਦੀ ਸਰਹੰਦੀ ਸੁਆਹ ਦੀ ਭਰੀ ਹੋਈ ਇੱਕ ਮਿੱਟੀ ਦੀ ਕੁਨਾਲੀ ਹੁੰਦੀ ਉਸਦੀ ਬਲਗਮ ਸਮੇਟਣ ਲਈ। ਬਾਕੀ ਹਿੱਸੇ ਵਿੱਚ ਬਾਕੀ ਟੱਬਰ ਗੁਜ਼ਾਰਾ ਕਰਦਾ। ਨਵਲ ਕਿਸ਼ੋਰ ਨੇ ਦਿਨ ਚੜੇ ਕੰਮ ਤੇ ਜਾਣਾ ਹੁੰਦਾ ਸੀ, ਜਿਸ ਕਰਕੇ ਉਸ ਲਈ ਰੋਟੀ ਪੱਕਣੀ ਜ਼ਰੂਰੀ ਸੀ। ਮੱਘਰ ਮੱਲ ਵੀ ਉਸ ਵਿੱਚੋਂ ਅੱਧੋ ਅੱਧ ਦਾ ਭਾਈਵਾਲ ਹੁੰਦਾ। ਇਸ ਤੋਂ ਘੰਟਾ 2 ਘੰਟੇ ਬਾਅਦ ਹੀ ਉਸ ਵੱਲੋਂ ਫਿਰ ਰੋਟੀ ਦੀ ਮੁਹਾਰਨੀ ਸ਼ੁਰੂ ਹੋ ਜਾਂਦੀ। ਨਿਹਾਲੋ ਇਸ ਵੇਲੇ ਜਾਣ ਕੇ ਟਾਲ ਮਟੋਲ ਕਰ ਰਹੀ ਸੀ। ਨਵਲ ਕਿਸ਼ੋਰ ਸਵੇਰ ਦੀ ਰੋਟੀ ਖਾ ਕੇ ਕੰਮ ਤੇ ਗਿਆ ਸੀ ਤੇ ਉਸਦੇ ਆਉਣ ਵਿੱਚ ਬਹੁਤਾ ਚਿਰ ਬਾਕੀ ਨਹੀਂ ਸੀ। ਜੇ ਨਿਹਾਲੋ ਪਹਿਲਾਂ ਤਵਾ ਧਰ ਦਿੰਦੀ ਹੈ ਤਾਂ ਮੁੰਡੇ ਲਈ ਪਕਾਈ ਹੋਈ ਰੋਟੀ ਠੰਡੀ ਹੋ ਜਾਏਗੀ, ਤੇ ਜੇ ਪਹਿਲਾਂ ਪਤੀ ਲਈ ਤੇ ਇਸ ਤੋਂ ਬਾਅਦ ਫਿਰ ਮੁੰਡੇ ਲਈ ਆਰ-ਪਾਰ ਕਰੇ ਤਾਂ ਇਹ ਵੀ ਮੁਸ਼ਕਿਲ ਹੈ। ਕਿੰਨਾ ਵਾਧੂ ਬਾਲਣ ਜਾਇਆ ਹੋ ਜਾਵੇਗਾ। ਇਹੋ ਸੋਚ ਕੇ ਉਸਦੀ ਸਲਾਹ ਸੀ ਕਿ ਹੋਰ 2 ਘੜੀਆਂ ਨੂੰ ਇੱਕੋ ਵੇਰਾ ਰੋਟੀ ਪਕਾਵੇ, ਪਰ ਇੱਧਰ ਪਤੀ ਭਗਵਾਨ ਨੇ ਜਿਹੜੀ ਤੌਣੀ ਤਾਈ ਹੋਈ ਸੀ, ਇਸ ਦਾ ਕੀ ਇਲਾਜ ਕਰੇ। ਅਖੀਰ ਜਦ ਉਸਨੇ ਵੇਖਿਆ ਕਿ ਪਤੀ ਦੀ ਕਰੋਪੀ ਹੁਣ ਸਬਰ ਕਰਾਰ ਦੀਆਂ ਸਭ ਹੱਦਾਂ ਟੱਪ ਖੜੋਤੀ ਹੈ ਤਾਂ ਸੜਦੀ ਖਿੱਚਦੀ ਨੇ ਚਰਖਾ ਇੱਕ ਪਾਸੇ ਰਿੜ ਦਿੱਤਾ ਤੇ ਆਪ ਤੰਬੂ ਤੋਂ ਬਾਹਰ ਉਹ ਨਿੱਕੇ ਜਿਹੇ ਚੌਂਕੇ ਵਿੱਚ ਜਾ ਵੜੀ, ਜਿਹੜਾ 2-2 ਗਿੱਠਾਂ ਕੰਧ ਕਰਕੇ ਬਣਾਇਆ ਹੋਇਆ ਸੀ। ਉਸਨੇ ਪਹਿਲੀ ਰੋਟੀ ਹੀ ਤਵੇ ਤੇ ਪਾਈ ਸੀ ਕਿ ਬਾਹਰੋਂ ਕਿਸੇ ਦੇ ਗੁਨਗੁਨਾਉਣ ਦੀ ਆਵਾਜ਼ ਉਸਨੂੰ ਸੁਣਾਈ ਦਿੱਤੀ। ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਿਰ ਪਰ, ਨਾ ਤੇਰਾ ਨਾ ਮੇਰਾ। ਨਵਲ ਕਿਸ਼ੋਰ ਆਉਂਦਾ ਹੀ ਨਿਹਾਲੋ ਦੇ ਲਾਗੇ ਤੱਪੜ ਤੇ ਬੈਠ ਗਿਆ। ਫਿਰ ਉਦਾਸ ਜਿਹੀ ਤੱਕਣੀ ਨਾਲ ਇੱਧਰ ਉੱਧਰ ਤੱਕਦਾ ਹੋਇਆ ਬੋਲਿਆ, ਮਾਂ ਗੁੱਸੇ ਗੁੱਸੇ ਜਾਪਣੀਏ, ਸੁੱਖ ਤੇ ਹੈ। ਸੜ ਗਏ ਨਸੀਬ ਜਿਨ੍ਹਾਂ ਵਿੱਚ ਸੁੱਖ ਹੋਣਾ ਸੀ। ਉਸੇ ਤਰ੍ਹਾਂ ਭਰੀ ਪੀਤੀ ਨਿਹਾਲੋ ਚੁੱਲ੍ਹੇ ਵਿੱਚ ਫੂਕਾ ਮਾਰਦੀ ਹੋਈ ਬੋਲੀ, ਸੁੱਖ ਬੀਬਾ ਇਸ ਘਰ ਵਿੱਚ ਉਸ ਦਿਨ ਹੋਵੇਗਾ ਜਿੱਦਣ ਮੇਰਾ ਬਬਾਨ ਨਿਕਲੇਗਾ। ਕੀ ਚੰਦਰੀਆਂ ਜ਼ਬਾਨਾਂ ਬੋਲਣ ਡਈ ਹੋਈ ਏ ਮਾਂ। ਕਹਿਣ ਤੋਂ ਬਾਅਦ ਉਸਨੇ ਮਾਂ ਦੀਆਂ ਅੱਖਾਂ ਵੱਲ ਤੱਕਿਆ, ਜਿਨ੍ਹਾਂ ਚੋਂ ਅੱਥਰੂਆਂ ਦੀ ਇੱਕ ਲੜੀ ਜਿਹੀ ਤੁਰੀ ਆ ਰਹੀ ਸੀ। ਭਾਈਆ, ਉਹ ਪਿਓ ਵੱਲ ਮੂੰਹ ਕਰਕੇ ਘੁਰਕਿਆ, ਤੈਨੂੰ ਕਿੰਨੀ ਵਾਰੀ ਸਮਝਾਇਆ ਏ ਪਈ ਇਹਨੂੰ ਕੁਝ ਨਾ ਆਖਿਆ ਕਰ, ਖੌਰੇ ਕਿਉਂ ਨਹੀਂ ਜ਼ਬਾਨ ਤੇਰੀ ਮੂੰਹ ਵਿੱਚ ਟਿਕਦੀ। ਮੱਘਰ ਮੱਲ ਨੇ ਦੜਵਟ ਛੱਡੀ। ਉਸਦਾ ਮੁੱਢ ਤੋਂ ਹੀ ਸੁਭਾਅ ਸੀ ਕਿ ਪੁੱਤਰ ਦੇ ਸਾਹਮਣੇ ਨਾ ਉਹ ਬਹੁਤ ਬਹਿਸਦਾ, ਨਾ ਹੀ ਚੰਗੀ ਮੰਦੀ ਕਹਿੰਦਾ। ਨਾਲ ਇਸ ਵੇਲੇ ਤੋਂ ਪਤਨੀ ਨਾਲ ਕੀਤੀ ਹੋਈ ਵਧੀਕੀ ਉੱਤੇ ਪਛਤਾ ਰਿਹਾ ਸੀ। ਉਹ ਦੜਵੱਟੀ ਹੁੱਕੇ ਨੂੰ ਸੂਟੇ ਲਾਈ ਗਿਆ। ਨਵਲ ਕਿਸ਼ੋਰ ਦੀ ਭੁੱਖ ਅੱਧੀ ਰਹਿ ਗਈ। ਇੰਨੇ ਨੂੰ ਲੀਲੋ ਤੇ ਸ਼ੀਲੋ, ਜਿਹੜੀਆਂ ਕੈਂਪ ਦੇ ਸਕੂਲ ਵਿੱਚ ਪੜ੍ਹਨ ਗਈਆਂ ਹੋਈਆਂ ਸਨ, ਆ ਪਹੁੰਚੀਆਂ। ਉਧਰੋਂ ਨਿੱਕਾ ਕੁਮਾਰ ਵੀ ਮਿੱਟੀ ਘੱਟੇ ਵਿੱਚ ਖੇਡਦਾ ਖਿਡਾਂਦਾ ਆ ਗਿਆ। ਸ਼ਾਇਦ ਉਸਨੂੰ ਵੀ ਭੁੱਖ ਨੇ ਹਿੱਕ ਲਿਆਂਦਾ ਸੀ। ਕੁਝ ਤਾਂ ਸੁਭਾਵਕ ਹੀ ਸੀ। ਸਭ ਤੋਂ ਛੋਟੇ ਬੱਚੇ ਨਾਲ ਘਰ ਵਿੱਚ ਬਹੁਤਾ ਪਿਆਰ ਹੁੰਦਾ ਹੈ ਤੇ ਕੁਝ ਕੁਮਾਰ ਹੈ ਵੀ ਬੜਾ ਪਿਆਰਾ ਮੁੰਡਾ ਸੀ। ਉਸਦੀਆਂ ਤੋਤਲੀਆਂ ਗੱਲਾਂ ਰਾਹ ਜਾਂਦਿਆਂ ਦਾ ਧਿਆਨ ਮੋੜ ਲੈਂਦੀਆਂ ਸਨ। ਉਸਦੇ ਆਉਂਦਿਆਂ ਹੀ ਇਹ ਤੰਬੂ, ਜਿਹੜਾ ਹੁਣ ਤੋਂ ਪਹਿਲਾਂ ਨਰਕ ਦਾ ਨਮੂਨਾ ਬਣਿਆ ਹੋਇਆ ਸੀ, ਘੜੀ ਭਲ ਲਈ ਹਾਸੇ ਦੀ ਸ਼ਨਕਾਰ ਨਾਲ ਗੂੰਜ ਉੱਠਿਆ। ਅੰਕ ਤੀਸਰਾ। ਪੰਡਤ ਜੀ ਨਮਸਤੇ। ਆ ਬਈ ਕੀ ਗੱਲ ਏ? ਜੀ ਮੈਂ ਕਰਜ਼ ਕਰਨੀ ਏ। ਦੱਸ। ਮੇਰਾ ਜੀ 40 ਵਿੱਚ ਗੁਜ਼ਾਰਾ ਨਹੀਂ ਹੁੰਦਾ। ਘਰ ਦੇ 6-7 ਜੀ ਖਾਣ ਵਾਲੇ ਹਾਂ, ਨਾਲੇ ਰਾਸ਼ਨ ਵੀ ਬੰਦ ਹੋ ਗਿਆ ਏ। ਇਸ ਵੇਲੇ ਫੁਰਸਤ ਨਹੀਂ, ਕਿਸੇ ਜ਼ਰੂਰੀ ਮਾਮਲੇ ਉੱਤੇ ਸੋਚ ਰਿਹਾ ਹਾਂ, ਫਿਰ ਕਿਸੇ ਵੇਲੇ ਆਵੀਂ। ਜੀ ਤੁਸਾਂ ਪਿਛਲੇ ਮਹੀਨੇ ਕਿਹਾ ਸੀ ਅਗਲੇ ਮਹੀਨੇ ਤੇਰੀ ਤਰੱਕੀ ਕਰਾਂਗੇ। ਤੈਨੂੰ ਜੋ ਕਿਹਾ ਫਿਰ ਕਿਸੇ ਵੇਲੇ ਮਿਲੀ। ਵੇਲਾ ਕੁਵੇਲਾ ਵੇਖੀਦਾ ਏ ਬਰਖੁਰਦਾਰ। ਜਾਂ ਕੱਲ ਪ੍ਰੈਸ ਵਿੱਚ ਮਿਲੀ ਕਿਸੇ ਵੇਲੇ। ਅੱਛਾ ਜੀ ਕਹਿ ਕੇ ਗੱਭਰੂ ਨੇ ਨਮਸਕਾਰ ਕੀਤੀ ਤੇ ਕਮਰੇ ਚੋਂ ਬਾਹਰ ਨਿਕਲ ਗਿਆ। ਇਹ 3 ਮੰਜ਼ਿਲਾ ਮਕਾਨ, ਜਿਸ ਦੇ ਮੱਥੇ ਅੱਗੋਂ ਜ਼ਫਰ ਮੰਜ਼ਲ ਦਾ ਸੰਗਮਰਮਰੀ ਪੱਥਰ ਪੁੱਟ ਕੇ ਉਸਦੇ ਥਾਂ ਸ਼ੁਕਲ ਨਿਵਾਸ ਦਾ ਲਾਇਆ ਗਿਆ ਹੈ। ਇਸੇ ਪੰਡਤ ਬ੍ਰਹਮ ਸਿਹਾਏ ਸ਼ੁਕਲ ਦਾ ਨਿਵਾਸ ਸਥਾਨ ਹੈ, ਜਿਸ ਵਿੱਚ ਉਹ ਆਪਣੀ ਸ਼੍ਰੀਮਤੀ ਸਮੇਤ ਰਿਹਾਇਸ਼ ਰੱਖਦੇ ਨੇ। ਪੰਡਤ ਜੀ ਦੀ ਉਮਰ 50 ਤੋਂ ਉੱਪਰ ਹੋਵੇਗੀ, ਪਰ ਉਹਨਾਂ ਦੀ ਸ਼੍ਰੀਮਤੀ ਦੀ ਉਮਰ ਦਾ ਅੰਦਾਜ਼ਾ ਲਾਣਾ ਜਰਾ ਔਖਾ ਕੰਮ ਹੈ। ਜੇ ਤਾਂ ਤੋਲ ਵਜ਼ਨ ਦੇ ਖਿਆਲ ਨਾਲ ਉਹਨਾਂ ਦੀ ਉਮਰ ਦਾ ਅਨੁਮਾਨ ਲਾਇਆ ਜਾਵੇ ਤਾਂ ਪੰਡਤਾਣੀ ਉਹਨਾਂ ਦੀ ਦਾਦੀ ਪੜਦਾਦੀ ਨਾਲੋਂ ਵੀ ਵੱਡੀ ਹੋਵੇਗੀ, ਜਦਕਿ ਪੰਡਤ ਜੀ ਦੇ ਸੁੱਕੜ ਮੁੱਕੜ ਸਰੀਰ ਦੇ ਟਾਕਰੇ ਵਿੱਚ ਇੰਦਰਾ ਦੀ ਦੇਹ 3 ਮਣਾਂ ਤੋਂ ਕੁਝ ਜ਼ਿਆਦਾ ਹੀ ਹੋਵੇਗੀ। ਪਰ ਜੇ ਪੰਡਤਾਣੀ ਦੇ ਗੁਣ ਕਰਮ ਸੁਭਾਅ ਵੱਲ ਨਜ਼ਰੇ ਮਾਰੀ ਜਾਵੇ ਤਾਂ ਇਹ ਹਜੇ ਨਿੱਕੀ ਜਿਹੀ ਘੁੰਨੂ ਮੁੰਨੂ ਹੀ ਮਾਲੂਮ ਹੁੰਦੀ ਹੈ। ਪੰਡਤ ਜੀ ਦਾ ਇੱਕ ਤਾਂ ਕੱਦ ਹੀ ਅਸਲੋਂ ਛੋਟਾ ਜਿਹਾ ਹੈ, 5 ਫੁੱਟੀ ਵੋਟੀ ਦੇ ਮੁਕਾਬਲੇ ਪੌਣੇ ਕੁ 5 ਫੁੱਟ। ਦੂਜਾ ਸਰੀਰ ਹੈ ਮਜਨੂ ਸਟਾਈਲ, ਜਿਸ ਕਰਕੇ ਇਹ ਜੋੜੀ ਬੜੀ ਅਜੀਬ ਜਿਹੀ ਮਾਲੂਮ ਹੁੰਦੀ ਹੈ। ਪੰਡਤਾਨੀ ਬੜੀ ਹੀ ਅਨੋਖੀ ਜਿਹੀ ਤਬੀਅਤ ਦੀ ਜਨਾਨੀ ਹੈ, ਬਿਲਕੁਲ ਲਾਪਰਵਾਹ ਤੇ ਮਸਤ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਦੀ ਧਾਰਨੀ। ਉਸ ਦੇ ਕਰਨ ਲਈ ਕੁਦਰਤ ਨੇ 3 ਕੰਮਾਂ ਤੋਂ ਛੁੱਟ ਹੋਰ ਕੁਝ ਵੀ ਬਾਕੀ ਨਹੀਂ ਸੀ ਰੱਖਿਆ, ਬਸ ਖਾਣਾ, ਸੌਣਾ ਤੇ ਜਾਂ ਆਪਣੇ ਸਰੀਰ ਦੇ ਮੋਟਾਪੇ ਨੂੰ ਲੁਕਾਉਣ ਦੇ ਯਤਨ। ਨੀਂਦਰ ਦੇ ਸੰਬੰਧ ਵਿੱਚ ਉਸ ਉੱਤੇ ਸਵਾਲ ਕਰਨਾ ਫਜ਼ੂਲ ਹੈ ਕਿ ਉਹ ਕਿਹੜੇ ਵੇਲੇ ਸੌਂਦੀ ਹੈ। ਸਗੋਂ ਇਉਂ ਪੁੱਛਿਆ ਜਾ ਸਕਦਾ ਹੈ ਕਿ ਉਹ ਕਿਸ ਵੇਲੇ ਜਾਗਦੀ ਹੈ। ਉਹ ਭਾਵੇਂ ਕਈਆਂ ਭੈਣਾਂ ਭਰਾਵਾਂ ਦੀ ਭੈਣ ਹੈ, ਪਰ ਸਭ ਤੋਂ ਛੋਟੀ ਹੋਣ ਕਰਕੇ ਮੁੱਢ ਤੋਂ ਹੀ ਸ਼ਿੰਦੀ ਰਹੀ ਸੀ।
ਮਾਪੇ ਵੀ ਚੰਗੇ ਰੱਜੇ ਪੁੱਜੇ ਸਨ, ਜਿਸ ਕਰਕੇ ਉਸਦੀ ਹਰ ਇੱਕ ਮੰਗ ਪੂਰੀ ਹੁੰਦੀ ਰਹੀ। ਸੁਭਾਵਕ ਹੀ ਹਰ ਇੱਕ ਇਸਤਰੀ ਪੁਰਸ਼ ਆਪਣੇ ਸਰੀਰ ਦੇ ਕਿਸੇ ਬਦਸੂਰਤ ਜਾਂ ਬੇਸੁਰੇ ਅੰਗ ਨੂੰ ਹੋਰ ਸਾਧਨਾਂ ਦੀ ਮਦਦ ਨਾਲ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਕਾਣੇ ਟੀਰੇ ਜਾਂ ਛੋਟੀਆਂ ਅੱਖਾਂ ਵਾਲੇ ਸੁਰਮੇ ਦੀ ਵਰਤੋਂ ਆਮ ਨਾਲੋਂ ਜ਼ਿਆਦਾ ਕੀਤਾ ਕਰਦੇ ਹਨ। ਕਾਲੀਆਂ ਕਲੂਟੀਆਂ ਮੁਟਿਆਰਾਂ ਬੇਹਿਸਾਬੇ ਪਾਊਡਰ ਸੁਰਖੀ ਦੀ ਮਦਦ ਨਾਲ ਆਪਣੀ ਕਰੂਪਤਾ ਨੂੰ ਲੁਕਾਉਣ ਦਾ ਯਤਨ ਕਰਦੀਆਂ ਨੇ। ਇਸੇ ਤਰ੍ਹਾਂ ਹੀ ਸ਼੍ਰੀਮਤੀ ਇੰਦਰਾ ਆਪਣੇ ਮੋਟਾਪੇ ਨੂੰ ਲੁਕਾਉਣ ਲਈ ਬਰੀਕ ਤੋਂ ਬਰੀਕ ਤੇ ਕੀਮਤੀ ਲਿਬਾਸ ਪਹਿਨਦੀ ਹੈ, ਪਰ ਉਸਦੇ ਸ਼ਾਨਦਾਰ ਬਲਾਊਜ਼ ਵਿੱਚੋਂ ਮਾਸ ਨਾਲ ਥਲਕਦੀਆਂ ਬਾਹਾਂ ਦਾ ਵਿਖਾਲਾ ਅਜਿਹੀ ਚੀਜ਼ ਸੀ ਜਿਸ ਨੂੰ ਲੁਕਾਉਣ ਦਾ ਉਸਨੂੰ ਅੱਜ ਤੱਕ ਕੋਈ ਢੰਗ ਨਹੀਂ ਸੁੱਝ ਸਕਿਆ। ਇਸੇ ਤਰ੍ਹਾਂ ਉਹ ਹਿੱਕ ਉੱਤੇ ਲੱਦੀ ਹੋਈ 20-25 ਸੇਰ ਚਰਬੀ ਦੀ ਪੰਡ ਨੂੰ ਆਪਣੇ ਵੱਲੋਂ ਬਥੇਰਾ ਕਸ-ਕਸ ਕੇ ਬੰਨਣ ਦਾ ਯਤਨ ਕਰਦੀ ਹੈ, ਫਿਰ ਵੀ ਇਸ ਦਾ ਫਾਸਲਾ ਉਸਦੀ ਠੋਡੀ ਦੇ ਨੇੜੇ ਆ ਕੇ ਖਤਮ ਹੁੰਦਾ ਹੈ। ਇਹੋ ਹਾਲਤ ਉਸਦੀ ਗੋਗੜ ਦੀ ਹੈ, ਜਿਹੜੀ ਉਸਦੀ ਸਾੜੀ ਦੇ ਵੱਟਾਂ ਵਿੱਚੋਂ ਵੀ ਆਪਣਾ ਆਪ ਪ੍ਰਗਟਾਉਣੋਂ ਨਹੀਂ ਟਲਦੀ। ਉਸ ਲਈ ਸਭ ਤੋਂ ਅਸਹਿ ਹੈ ਠੋਡੀ ਹੇਠ ਲਮਕਦੇ ਮਾਸ ਦਾ ਇੱਕ ਭੱਦਾ ਜਿਹਾ ਲੋਥੜਾ, ਜਿਸ ਨੂੰ ਢਕਿਆ ਨਹੀਂ ਜਾ ਸਕਦਾ। ਮੋਟਾਪੇ ਨੂੰ ਦੂਰ ਕਰਨ ਦੀਆਂ ਜਿੰਨੀਆਂ ਕੁ ਦਵਾਈਆਂ ਅੱਜ ਤੱਕ ਸ਼ੁਕਲ ਜੀ ਨੂੰ ਲੱਭ ਸਕੀਆਂ, ਉਹਨਾਂ ਨੇ ਇੰਦਰਾ ਲਈ ਲਿਆਂਦੀਆਂ। ਕਈ ਸਪੈਸ਼ਲ ਇਲਾਜ ਵੀ ਕੀਤੇ ਗਏ, ਪਰ ਉਸਦੇ ਸਰੀਰ ਦਾ ਵਜ਼ਨ ਹਰ ਤੋਲਣੀ ਉੱਤੇ ਘਟਣ ਦੀ ਥਾਂ ਸਗੋਂ ਵੱਧ ਹੀ ਜਾਂਦਾ। ਮੁਸ਼ਕਲ ਤਾਂ ਇਹ ਸੀ ਕਿ ਹਰ ਇੱਕ ਇਲਾਜ ਨਾਲੋਂ ਖੁਰਾਕ ਘੱਟ ਕਰੋ ਦੀ ਹਦਾਇਤ ਹੁੰਦੀ, ਤੇ ਇਹੋ ਅਮਲ ਹੈ ਜਿਸ ਦੀ ਵਰਤੋਂ ਇੰਦਰਾ ਲਈ ਅਸੰਭਵ ਸੀ। ਉਹ ਸੂਲਾਂ ਦੀ ਸੇਜ ਤੇ ਸੌਣਾ, ਅੱਗ ਵਿੱਚ ਛਾਲ ਮਾਰਨੀ ਤਾਂ ਭਾਵੇਂ ਬਰਦਾਸ਼ਤ ਕਰ ਸਕੇ, ਪਰ ਖੁਰਾਕ ਜਾਂ ਨੀਂਦਰ ਘਟਾਣੀ ਉਸਦੇ ਵੱਸ ਵਿੱਚ ਨਹੀਂ ਸੀ। ਦੂਜਾ ਇਲਾਜ ਜਿਹੜਾ ਕਰਨ ਤੋਂ ਅਸਫਲ ਰਹੀ, ਇਹ ਸੀ ਵਰਜਿਸ਼ ਤੇ ਸ਼ੈਰ। ਜਿਸ ਵਿਚਾਰੀ ਦਾ ਕਮਰੇ ਚੋਂ ਨਿਕਲ ਕੇ ਬਾਥਰੂਮ ਤੱਕ ਜਾਂਦਿਆਂ ਦਮ ਫੁੱਲ ਜਾਂਦਾ ਹੋਵੇ, ਕੋਠੇ ਦੀਆਂ 12-15 ਪੌੜੀਆਂ ਚੜ੍ਹਦਿਆਂ ਕੱਚੀਆਂ ਤਰੇਲੀਆਂ ਛੁੱਟ ਪੈਂਦੀਆਂ ਹੋਣ, ਉਹ ਸੈਰ ਵਰਜਿਸ਼ ਕਰੇ ਤਾਂ ਕਿਵੇਂ? ਪੰਡਤ ਜੀ ਨੂੰ ਵਿਆਹ ਕਰਾਇਆ 20-25 ਵਰੇ ਹੋ ਚੁੱਕੇ ਨੇ, ਪਰ ਸੰਤਾਨ ਦਾ ਮੂੰਹ ਵੇਖਣਾ ਨਸੀਬ ਨਹੀਂ ਹੋਇਆ। ਕਈ ਸਿਆਣਿਆਂ ਦਾ ਖਿਆਲ ਸੀ ਕਿ ਜੇ ਇੰਦਰਾ ਦੀ ਇੱਕ ਅੱਧ ਸੰਤਾਨ ਹੋ ਜਾਂਦੀ ਤਾਂ ਸ਼ਾਇਦ ਉਸਦਾ ਮੋਟਾਪਾ ਕੁਝ ਨਾ ਕੁਝ ਘਟ ਜਾਂਦਾ, ਪਰ ਇਹ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਸ਼ੁਕਲ ਜੀ ਨੇ ਗਰੀਬੀ ਦਾ ਸਵਾਦ ਤਾਂ ਕਦੇ ਨਹੀਂ ਚੱਖਿਆ, ਪਰ ਬਹੁਤ ਸੌਖੇ ਵੀ ਕਦੀ ਘੱਟ ਹੀ ਰਹੇ ਸਨ। ਬਸ ਆਈ ਚਲਾਈ ਵਾਲਾ ਕੰਮ ਰਹਿੰਦਾ ਸੀ। ਅੱਜ ਤੋਂ ਸਾਲ ਪਹਿਲਾਂ ਉਹਨਾਂ ਨੂੰ ਅਕਸਰ ਰੋਟੀ ਆਪ ਹੀ ਪਕਾਣੀ ਪੈਂਦੀ, ਕਿਉਂਕਿ ਇੰਦਰਾ ਲਈ ਰਸੋਈ ਵਿੱਚ ਬੈਠਣਾ ਖਾਸਾ ਮੁਸ਼ਕਲ ਸੀ। ਪਰ ਪੰਜਾਬ ਦੀ ਵੰਡ ਤੋਂ ਬਾਅਦ ਪੰਡਤ ਜੀ ਦੇ ਭਾਗਾਂ ਦਾ ਸਿਤਾਰਾ ਚਮਕਿਆ ਤੇ ਉਹਨਾਂ ਦੇ ਘਰ ਵਿੱਚ ਇੱਕ ਦੇ ਥਾਂ 2 ਨੌਕਰ ਆ ਮੌਜੂਦ ਹੋਏ, ਜਿਸ ਕਰਕੇ ਇੰਦਰਾ ਲਈ ਹੁਣ ਛੁੱਟ ਪਲੰਘ ਤੋੜਨ ਤੇ ਖਾਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ। ਸ਼ੁਕਲ ਜੀ ਜ਼ਿਲ੍ਹਾ ਅੰਬਾਲੇ ਦੇ ਰਹਿਣ ਵਾਲੇ ਸਨ। ਕਾਫੀ ਚਿਰ ਤੋਂ ਅਖਬਾਰ ਨਵੀਸੀ ਦਾ ਧੰਦਾ ਕਰਦੇ ਆ ਰਹੇ ਸਨ। ਪਰਚਾ ਕਦੀ ਹਫ਼ਤਾਵਾਰ ਕਰ ਦਿੰਦੇ, ਕਦੀ ਮਾਸਿਕ ਤੇ ਕਦੀ ਹਫ਼ਤੇ ਵਿੱਚ 2-2 ਵਾਰੀ ਵੀ। ਪਰਚੇ ਦਾ ਨਾਂ ਹੈ ਕ੍ਰਾਂਤੀਕਾਰੀ, ਜਿਸ ਦੀ ਮਕਬੂਲੀਅਤ ਦਾ ਇਹ ਹਾਲ ਹੈ ਕਿ ਕਦੀ 200-250 ਸ਼ਬਦ ਹੈ, ਜਿਹੜਾ ਅਕਸਰ ਇਸ਼ਤਿਹਾਰ ਦੇਣ ਵਾਲਿਆਂ ਜਾਂ ਕੁਝ ਅਖਬਾਰਾਂ ਰਸਾਲਿਆਂ ਦੇ ਦਫ਼ਤਰਾਂ ਵਿੱਚ ਜਾਣ ਤੱਕ ਹੀ ਮਹਿਦੂਦ ਹੈ। ਬਾਕੀ ਰਹੀ ਇਸ ਦੇ ਖਰੀਦਦਾਰਾਂ ਦੀ ਗਿਣਤੀ, ਇਸ ਬਾਬਤ ਜੇ ਸ਼ੁਕਲ ਜੀ ਪਾਸੋਂ ਪੁੱਛੋ ਤਾਂ 10 ਤੋਂ ਲੈ ਕੇ 15,000 ਤੱਕ ਹੈ, ਪਰ ਰਜਿਸਟਰ ਵਿੱਚੋਂ ਵੇਖਿਆ ਜਾਵੇ ਤਾਂ 2 ਸੈਂਕੜੇ। ਸਵਾਲ ਪੈਦਾ ਹੁੰਦਾ ਹੈ ਕਿ ਇੰਨੀ ਥੋੜੀ ਗਿਣਤੀ ਨਾਲ ਸ਼ੁਕਲ ਜੀ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਵੇਗਾ। ਗੁਜ਼ਾਰਾ ਚਲਾਉਣ ਲਈ ਇਹਨਾਂ ਪਾਸ ਜਾਂ ਇਸ਼ਤਿਹਾਰਾਂ ਦੀ ਆਮਦਨ ਹੈ, ਜਾਂ ਜਦ ਕਦੀ ਕੋਈ ਚੋਣ ਘੋਲ ਦਾ ਮੌਕਾ ਆ ਬਣੇ ਤਾਂ ਕਈਆਂ ਸਾਲਾਂ ਦਾ ਖਰਚ ਉਸ ਵਿੱਚੋਂ ਕੱਢ ਲੈਂਦੇ ਨੇ। ਇਸ ਤੋਂ ਛੁੱਟ ਉਹਨਾਂ ਦੀ ਆਮਦਨੀ ਦੀ ਇੱਕ ਮੱਦ ਹੋਰ ਵੀ ਹੈ, ਸ਼ਰੀਫਾਂ ਨੂੰ ਧਮਕਾਉਣਾ ਤੇ ਕੁਪੱਤਿਆਂ ਦੀ ਮਦਦ ਕਰਨੀ। ਕਿਸੇ ਪੱਗ ਵਾਲੇ ਦੀ ਪੱਗ ਜੇ ਉਤਾਰਨ ਨੂੰ ਤਿਆਰ ਹੋ ਗਏ ਤਾਂ ਵੀ ਕੁਝ ਨਾ ਕੁਝ ਲੈ ਮਰਨਗੇ, ਤੇ ਜੇ ਕਿਸੇ ਪੱਗ ਲੱਥੇ ਦੇ ਸਿਰ ਉੱਤੇ ਪੱਗ ਰੱਖਣ ਦਾ ਦਮ ਭਰਨਗੇ, ਫਿਰ ਵੀ ਕੁਝ ਵਸੂਲ ਹੋ ਜਾਏਗਾ। 1947 ਦੇ ਫਸਾਦਾਂ ਵਿੱਚ ਜਿੱਥੇ ਲੱਖਾਂ ਲੋਕੀ ਮੁਸੀਬਤਾਂ ਦੇ ਕੋਲੂ ਵਿੱਚ ਤਿਲਾਂ ਵਾਂਗ ਪੀੜੇ ਜਾ ਰਹੇ ਸਨ, ਤੇ ਰੱਬ ਦੀ ਖਲਕਤ ਜਦੋਂ ਮੌਤ ਤੇ ਭੁੱਖ ਦਾ ਚਬੀਨਾ ਬਣੀ ਹੋਈ ਸੀ, ਉਹਨਾਂ ਹੀ ਦਿਨਾਂ ਵਿੱਚ ਬਥੇਰੇ ਲੋਕੀ ਧਨ ਦੌਲਤ ਨੂੰ ਦੋਹੀ ਹੱਥੀਂ ਹੂੰਝ ਕੇ ਅੰਦਰੀ ਭਰਨ ਵਿੱਚ ਰੁੱਝੇ ਹੋਏ ਸਨ। ਕੁਝ ਤਾਂ ਲੁੱਟਮਾਰ ਦੀ ਮਦਦ ਨਾਲ ਮਾਲਾਮਾਲ ਹੋ ਰਹੇ ਸਨ, ਤੇ ਕੁਝ ਆਪੋ ਆਪਣੀ ਪੇਸ਼ੇ ਦੀ ਮਦਦ ਨਾਲ ਹੱਥ ਰੰਗ ਰਹੇ ਸਨ। ਕੀ ਹਲਵਾਈ, ਕੀ ਸਬਜ਼ੀ ਫਰੋਸ਼ ਤੇ ਕੀ ਮੋਟਰਾਂ ਟਾਂਗਿਆਂ ਵਾਲੇ। ਇਸੇ ਤਰ੍ਹਾਂ ਅਖਬਾਰ ਨਫੀਸੀ ਤੇ ਪ੍ਰੈਸਾਂ ਵਾਲਿਆਂ ਦੀ ਵੀ ਉਹਨਾਂ ਦਿਨਾਂ ਵਿੱਚ ਧਨ ਤਰੋਸ਼ਦੀ ਲੱਗ ਗਈ ਸੀ। ਕਦੀ ਇੱਕ ਵਕਤ ਸੀ ਕਿ ਛਾਪੇਖਾਨੇ ਨੂੰ ਲੋਕੀ ਸਿਆਪਾ ਖਾਨਾ ਕਿਹਾ ਕਰਦੇ ਸਨ, ਕਿਉਂਕਿ ਨਾ ਪ੍ਰੈਸਾਂ ਦੇ ਮਾਲਕਾਂ ਨੂੰ ਤੇ ਨਾ ਹੀ ਮੁਲਾਜ਼ਮਾਂ ਨੂੰ ਰਜਮੀ ਰੋਟੀ ਨਸੀਬ ਹੁੰਦੀ ਸੀ। ਪਰ ਕਿਸੇ ਠੀਕ ਕਿਹਾ ਹੈ ਕਿ ਬਾਰੀ ਵਰੀ ਰੂੜੀ ਦੀ ਵੀ ਸੁਣੀ ਜਾਂਦੀ ਹੈ। ਜਿਉਂ ਹੀ ਦੇਸ਼ ਵਿੱਚ ਹਫੜਾ ਦਫੜੀ ਤੇ ਵੱਡ ਵਢਾਈ ਦਾ ਦੌਰ ਸ਼ੁਰੂ ਹੋਇਆ ਕਿ ਅਖਬਾਰਾਂ ਵੱਲ ਲੋਕਾਂ ਦੀ ਦਿਲਚਸਪੀ ਵੱਧ ਗਈ। ਜਿਨ੍ਹਾਂ ਲੋਕਾਂ ਨੇ ਅਖਬਾਰ ਦੀ ਸ਼ਕਲ ਕਦੀ ਨਹੀਂ ਸੀ ਵੇਖੀ, ਉਹਨਾਂ ਨੂੰ ਵੀ ਪੜ੍ਹੇ ਬਿਨਾਂ ਚੈਨ ਨਹੀਂ ਸੀ ਆਉਂਦਾ। ਇਧਰ ਅਖਬਾਰਾਂ ਦੀ ਮੰਗ ਵਧਣੀ ਸ਼ੁਰੂ ਹੋਈ, ਉਧਰ ਬਰਸਾਤਾਂ ਦੀਆਂ ਘੁੰਮਾਂ ਵਾਂਗ ਅਣਗਿਣਤ ਨਵੇਂ ਪਰਚੇ ਨਿਕਲ ਆਏ। ਨਵੇਂ ਅਖਬਾਰਾਂ ਦੀ ਭਰਮਾਰ ਵੱਧਦੀ ਗਈ ਤੇ ਅਣਘੜੇ ਐਡੀਟਰਾਂ ਦੀ ਕਿਸਮਤ ਜਾਗਦੀ ਗਈ।
ਪਰ ਇਹਨਾਂ ਲੋਕਾਂ ਨੂੰ ਛਪਾਈ ਦੀ ਬੜੀ ਭਾਰੀ ਤਕਲੀਫ ਸੀ। ਤਕਲੀਫ ਤਾਂ ਕਾਗਜ਼ ਦੀ ਵੀ ਘੱਟ ਨਹੀਂ ਸੀ, ਜਦਕਿ ਬਲੈਕ ਵਿੱਚੋਂ ਇਹਨਾਂ ਲੋਕਾਂ ਨੂੰ ਦੂਣੇ ਤਿਉਣੇ ਮੁੱਲੋਂ ਖਰੀਦਣਾ ਪੈਂਦਾ ਸੀ। ਫਿਰ ਵੀ ਇਹ ਉਹਨਾਂ ਨੂੰ ਦੁਖਦਾ ਨਹੀਂ ਸੀ, ਜਦਕਿ ਕਾਗਜ਼ ਨੂੰ ਛਾਪ ਕੇ ਉਹਨਾਂ ਨੇ ਕਰੰਸੀ ਨੋਟਾਂ ਦੇ ਭਾਅ ਵੇਚਣਾ ਹੁੰਦਾ। ਪਰ ਛਪਾਈ ਵਾਲੀ ਤਕਲੀਫ ਨੇ ਤਾਂ ਅਸਲੋਂ ਹੀ ਇਹਨਾਂ ਦਾ ਕਾਫੀਆ ਤੰਗ ਕਰ ਦਿੱਤਾ ਸੀ। ਇਸ ਦਾ ਮੂਲ ਕਾਰਨ ਸੀ ਪੂਰਬੀ ਪੰਜਾਬ ਵਿੱਚ ਪ੍ਰੈਸਾਂ ਦੀ ਘਾਟ। ਪੰਜਾਬ ਵਿੱਚ ਲਾਹੌਰ ਹੀ ਪ੍ਰੈਸਾਂ ਦਾ ਕੇਂਦਰ ਸੀ। ਇਹ ਮਸ਼ੀਨਰੀ ਸਾਰੀ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਪੂਰਬੀ ਪੰਜਾਬ ਵਿੱਚ ਥੋੜੇ ਬਹੁਤੇ ਪ੍ਰੈਸ ਹੈ ਸਨ। ਉਹਨਾਂ ਵਿੱਚ ਨਵੇਂ ਅਖਬਾਰ ਛਪਵਾਉਣ ਵਾਲਿਆਂ ਦੀ ਭੀੜ ਇਕੱਠੀ ਹੁੰਦੀ ਜਾ ਰਹੀ ਸੀ, ਜਿਸ ਕਰਕੇ ਐਡੀਟਰ ਲੋਕ ਪ੍ਰਿੰਟਰਾਂ ਦੇ ਬੂਹੇ ਉੱਤੇ ਸਿਜਦੇ ਕਰਨ ਲੱਗ ਪਏ। 2-2 4-4 ਮਹੀਨਿਆਂ ਦੀ ਛਪਾਈ, ਪੇਸ਼ਗੀ ਤੇ ਮੁਲਾਜ਼ਮਾਂ ਨੂੰ ਵੱਖਰੀਆਂ ਨਜ਼ਰਾਂ ਨਿਆਜ਼ਾਂ ਦੇ ਕੇ ਉਹਨਾਂ ਆਪੋ ਆਪਣੇ ਅਖਬਾਰ ਕੱਢਣੇ ਸ਼ੁਰੂ ਕਰ ਦਿੱਤੇ ਸਨ। ਪ੍ਰੈਸਾਂ ਦੇ ਮਾਲਕਾਂ ਨੇ ਜਦ ਵੇਖਿਆ ਕਿ ਇਹੋ ਵੇਲਾ ਹੈ ਉਹਨਾਂ ਦੀ ਖੱਟੀ ਕਮਾਈ ਦਾ, ਤਾਂ ਉਹਨਾਂ ਨੇ ਦਿਲ ਖੋਲ ਕੇ ਨਵੇਂ ਐਡੀਟਰਾਂ ਦੀਆਂ ਜੇਬਾਂ ਕੱਟੀਆਂ ਸ਼ੁਰੂ ਕਰ ਦਿੱਤੀਆਂ। ਛਪਾਈ ਦੇ ਰੇਟ ਉਹਨਾਂ ਨੇ ਜਿਉਂ ਵਧਾਉਣੇ ਸ਼ੁਰੂ ਕੀਤੇ ਕਿ ਤਿਉਣਿਆਂ ਤੇ ਜਾ ਪਹੁੰਚਾਏ। ਪੂਰਬੀ ਪੰਜਾਬ ਵਿੱਚ ਬਹੁਤ ਸਾਰੇ ਪ੍ਰੈਸ ਮੁਸਲਮਾਨਾਂ ਦੇ ਛੱਡੇ ਹੋਏ ਵੀ ਸਨ, ਜਿਨ੍ਹਾਂ ਉੱਤੇ ਇੱਕਦਮ ਧਾਵਾ ਬੋਲ ਦਿੱਤਾ ਗਿਆ। ਪਹੁੰਚ ਵਾਲੇ ਲੋਕਾਂ ਨੇ ਜਿਸ ਵੀ ਢੰਗ ਨਾਲ ਹੋ ਸਕੇ ਇਹਨਾਂ ਉੱਤੇ ਕਬਜ਼ੇ ਜਮਾ ਲਏ। ਇਹੋ ਜਿਹਾ ਹੀ ਕਿਸੇ ਮੁਸਲਮਾਨ ਦਾ ਛੱਡਿਆ ਹੋਇਆ ਇੱਕ ਕਾਫੀ ਵੱਡਾ ਪ੍ਰੈਸ ਪੰਡਤ ਜੀ ਦੇ ਕਾਬੂ ਆ ਗਿਆ, ਨਾਲ ਹੀ ਇੱਕ 3 ਮੰਜ਼ਿਲਾ ਭਰਿਆ ਭਰਾਇਆ ਮਕਾਨ ਵੀ। ਕੁਝ ਚਿਰ ਤਾਂ ਜਿਸ ਦੀ ਲਾਠੀ ਉਸ ਦੀ ਭੈਂਸ ਵਾਲਾ ਸਿਲਸਿਲਾ ਚੱਲਦਾ ਰਿਹਾ। ਜਿਸ ਦੇ ਜੋ ਕਾਬੂ ਆਇਆ ਉਹ ਉਸ ਦੇ ਪਿਓ ਦਾਦੇ ਦਾ। ਪਰ ਜਦੋਂ ਇਹ ਆਪਾ ਧਾਪੀ ਹੱਦ ਤੋਂ ਟੱਪ ਗਈ ਤਾਂ ਹਕੂਮਤ ਦੀ ਮਸ਼ੀਨਰੀ ਨੇ ਹਰਕਤ ਵਿੱਚ ਆਉਣਾ ਸ਼ੁਰੂ ਕੀਤਾ। ਪਹਿਲੀਆਂ ਅਲਾਟਮੈਂਟਾਂ ਜਿਹੜੀਆਂ ਅਸਰ ਰਸੂਖ ਵਾਲੇ ਲੋਕਾਂ ਨੇ ਸਥਾਨਕ ਹਾਕਮਾਂ ਨਾਲ ਮਿਲ ਕੇ ਆਪੋ ਆਪਣੇ ਨਾਂ ਕਰਾਈਆਂ ਸਨ, ਕੈਂਸਲ ਹੋਣ ਲੱਗੀਆਂ ਤੇ ਅੱਗੇ ਲਈ ਇਹ ਕੰਮ ਮਹਿਕਮਾ ਕਸਟੋਡੀਅਨ ਦੇ ਸਪੁਰਦ ਕਰ ਦਿੱਤਾ ਗਿਆ। ਜਿਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹਜ਼ਾਰਾਂ ਲੱਖਾਂ ਦੀਆਂ ਜਾਇਦਾਦਾਂ ਆਈਆਂ ਸਨ, ਉਹਨਾਂ ਲਈ ਸਭ ਕੁਝ ਉਗਲਣਾ ਸੌਖਾ ਨਹੀਂ ਸੀ। ਉਹਨਾਂ ਵਿੱਚ ਹਫੜਾ ਦਫੜੀ ਮਚ ਗਈ। ਸਭ ਨੇ ਆਪਣਾ ਖਾਧਾ ਪਚਾਉਣ ਲਈ ਹਰ ਤਰ੍ਹਾਂ ਦੇ ਅਮਲ ਸ਼ੁਰੂ ਕਰ ਦਿੱਤੇ। ਰਿਸ਼ਵਤਾਂ ਨਾਲ, ਸਿਫਾਰਸ਼ਾਂ ਨਾਲ ਜਾਂ ਹੋਰ ਜਿਸ ਵੀ ਢੰਗ ਨਾਲ ਹੋ ਸਕਿਆ, ਉਹਨਾਂ ਨੇ ਇਸ ਮੁਹਿੰਮ ਨੂੰ ਸਰ ਕਰਨ ਲਈ ਲੱਕ ਬੰਨ ਲਿਆ। ਸ਼ੁਕਲ ਜੀ ਦੇ ਕਬਜ਼ੇ ਵਿੱਚ 2 ਚੀਜ਼ਾਂ ਸਨ, ਇੱਕ ਪ੍ਰੈਸ ਤੇ ਇੱਕ ਮਕਾਨ। ਇਹ ਦੋਵੇਂ ਚੀਜ਼ਾਂ ਘੱਟੋ ਘੱਟ ਪੌਣੇ ਲੱਖ ਦੀ ਮਲਕੀਅਤ ਦੀਆਂ ਸਨ। ਪ੍ਰੈਸ ਕਾਫੀ ਵੱਡੇ ਪੈਮਾਨੇ ਉੱਤੇ ਸੀ, ਜਿਸ ਦਾ ਨਾਮ ਮਹਿਬੂਬ ਪ੍ਰਿੰਟਿੰਗ ਪ੍ਰੈਸ ਸੀ। ਪਰ ਸ਼ੁਕਲ ਜੀ ਨੇ ਅੰਦਰ ਨੱਠੋ ਭੱਜੀ ਕਰਕੇ ਇੱਕ ਨਵਾਂ ਡੈਕਲੇਰੇਸ਼ਨ ਮਨਜ਼ੂਰ ਕਰਵਾ ਕੇ ਇਸ ਦਾ ਸਾਈਨ ਬੋਰਡ ਬਦਲ ਦਿੱਤਾ, ਕ੍ਰਾਂਤੀ ਪ੍ਰਿੰਟਿੰਗ ਪ੍ਰੈਸ। ਅੱਜ ਸ਼ਾਮੀ ਜਦੋਂ ਆਪਣੇ ਸਜੇ ਹੋਏ ਕਮਰੇ ਵਿੱਚ ਬੈਠੇ ਇਹਨਾਂ ਸੋਚਾਂ ਵਿੱਚ ਲੀਨ ਸਨ, ਤਾਂ ਉਹਨਾਂ ਦੇ ਪ੍ਰੈਸ ਦਾ ਇੱਕ ਮੁਲਾਜ਼ਮ ਆਪਣੀ ਤਰੱਕੀ ਦਾ ਰੋਣਾ ਰੋਣ ਲਈ ਉਹਨਾਂ ਪਾਸ ਹਾਜ਼ਰ ਹੋਇਆ, ਜਿਸ ਤੋਂ ਖਹਿੜਾ ਛੁਡਾ ਕੇ ਉਹ ਫਿਰ ਆਪਣੇ ਖਿਆਲਾਂ ਵਿੱਚ ਗਲਤਾਨ ਹੋ ਗਏ। ਸ਼ੁਕਲ ਜੀ ਆਪਣੇ ਆਪ ਨੂੰ ਕੌਮ ਪ੍ਰਸਤ, ਅਖਬਾਰ ਨਫੀਸ ਖਿਆਲ ਕਰਦੇ ਨੇ, ਜਿਨ੍ਹਾਂ ਦਾ ਰਾਜ ਕੇਵਲ 2 ਗੱਲਾਂ ਵਿੱਚ ਲੁਕਿਆ ਹੋਇਆ ਹੈ। ਇੱਕ ਤਾਂ ਆਪ ਦੀ ਚਰਬ ਜ਼ਬਾਨੀ, ਦੂਸਰੀ ਧੂਆਂਧਾਰ ਤਹਿਰੀਰ। ਕੁਝ ਤਾਂ ਉਮਰ ਦੇ ਤਜਰਬੇ ਦੇ ਲਿਹਾਜ਼ ਨਾਲ ਤੇ ਕੁਝ ਸੁਭਾਵਕ ਹੀ ਮੌਕਾ ਸਨਾਸ ਹੋਣ ਕਰਕੇ ਆਪ ਨੂੰ ਸਮੇਂ ਦੇ ਨਾਲ ਨਾਲ ਆਪਣਾ ਰੰਗ ਰੂਪ ਬਦਲਣ ਦੇ ਗੁਰ ਖੂਬ ਯਾਦ ਨੇ। ਜਿਨ੍ਹਾਂ ਦਿਨਾਂ ਵਿੱਚ ਸਰਕਾਰ ਅੰਗਰੇਜ਼ੀ ਦੇ ਕਾਨੂੰਨ ਦਾ ਡੰਡਾ ਕਾਂਗਰਸੀਆਂ ਉੱਤੇ ਖੜਕਦਾ ਸੀ, ਆਪ ਪੱਕੇ ਸਰਕਾਰ ਪੂਜ ਸਨ। ਫਿਰ ਜਦੋਂ ਆਪਨੇ ਵੇਖਿਆ ਕਿ ਕੌਮ ਪ੍ਰਸਤੀ ਤੇ ਸ਼ਹੀਦੀ ਸਨਦ ਕਾਫੀ ਸਸਤੀ ਹੋ ਗਈ ਹੈ, 1-2 ਵਾਰੀ ਜੇਲ੍ਹ ਕੱਟ ਆਉਣ ਤੋਂ ਬਾਅਦ ਹੀ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਆਪਨੇ ਦੇਸ਼ ਭਗਤੀ ਦਾ ਬਾਣਾ ਪਹਿਨ ਲਿਆ। ਫਿਰ ਇੱਕ ਸਮਾਂ ਆਇਆ ਜਦ ਗੋਰੇ ਧਨੰਤਰ ਦੇ ਨੁਕਸੇ ਵਾਂਗ ਫਿਰਕਾ ਪ੍ਰਸਤੀ ਦੀ ਗਲੀ ਸੜੀ ਲੋਥ ਵਿੱਚ ਪ੍ਰਾਣ ਆਉਣੇ ਸ਼ੁਰੂ ਹੋਏ, ਤਾਂ ਆਪ ਪੱਕੇ ਹਿੰਦੂ ਮਹਾਸਭੀ ਅਤੇ ਕੱਟੜ ਰਾਸ਼ਟਰ ਸੰਘੀਏ ਸਦਾਉਣ ਲੱਗੇ। ਉਸ ਤੋਂ ਬਾਅਦ ਜਿਉਂ ਹੀ ਹਕੂਮਤ ਦੀ ਵਾਂਗਡੋਰ ਕਾਂਗਰਸ ਦੇ ਹੱਥ ਵਿੱਚ ਆਈ ਤਾਂ ਮੁੜ ਪੱਕੇ ਕਾਂਗਰਸੀ ਬਣ ਗਏ। ਇਸ ਕੌਮ ਪ੍ਰਸਤੀ ਨੇ ਆਪ ਦੀ ਖੂਬ ਮਦਦ ਕੀਤੀ। ਕੁਝ ਚਿਰ ਪਹਿਲਾਂ ਜਿਸ ਸ਼ੁਕਲ ਨੂੰ ਅਖਬਾਰ ਛਪਵਾਉਣ ਲਈ ਦਰ ਖਾਕ ਛਾਨਣੀ ਪੈਂਦੀ ਸੀ, ਅੱਜ ਈਸ਼ਵਰ ਦੀ ਕਿਰਪਾ ਨਾਲ 30-40 ਹਜ਼ਾਰ ਦਾ ਇੱਕ ਮੁਕੰਮਲ ਪ੍ਰੈਸ ਆਪ ਦੀ ਮਲਕੀਅਤ ਹੈ ਤੇ ਇੰਨੀ ਕੀਮਤ ਦਾ ਰਿਹਾਇਸ਼ੀ ਮਕਾਨ। ਦੇਣ ਵਾਲੇ ਦੇ ਰਾਹ ਨਿਆਰੇ ਹਨ। ਜਦ ਆਪ ਦੇ ਸਾਹਮਣੇ ਇੱਕ ਨਵਾਂ ਖਤਰਾ ਉਪਸਥਿਤ ਹੋਇਆ ਤਾਂ ਕੁਝ ਪਰੇਸ਼ਾਨੀ ਆਪ ਦੇ ਦਿਲ ਨੂੰ ਅਵਸ਼ ਹੋਈ। ਜਿਸ ਪ੍ਰੈਸ ਦੇ ਮਕਾਨ ਉੱਤੇ ਆਪ ਨੇ ਧੱਕੇ ਜਾਂ ਕਿਸੇ ਸਥਾਨਕ ਅਫਸਰਾਂ ਦੀ ਮਦਦ ਨਾਲ ਕਬਜ਼ਾ ਕੀਤਾ ਹੋਇਆ ਸੀ, ਉਹਨਾਂ ਨੂੰ ਪਤਾ ਲੱਗਾ ਕਿ ਅਲਾਟਮੈਂਟਾਂ ਕੈਂਸਲ ਕੀਤੀਆਂ ਜਾ ਰਹੀਆਂ ਹਨ। ਕੇਵਲ ਸ਼ਰਨਾਰਥੀਆਂ ਨੂੰ ਹੀ ਇਹਨਾਂ ਚੀਜ਼ਾਂ ਦੇ ਹੱਕਦਾਰ ਸਮਝਿਆ ਜਾਵੇਗਾ, ਉਹ ਵੀ ਮਹਿਕਮਾ ਮੁੜ ਵਸਾਊ ਰਾਹੀਂ। ਤਾਂ ਉਹਨਾਂ ਲਈ ਸੱਚਮੁੱਚ ਹੀ ਇੱਕ ਨਵੀਂ ਸਿਰਦਰਦੀ ਪੈਦਾ ਹੋ ਗਈ। ਕਈਆਂ ਦਿਨਾਂ ਤੋਂ ਸ਼ੁਕਲ ਜੀ ਦਾ ਦਿਮਾਗ ਇਸੇ ਗੋਰਖ ਧੰਦੇ ਵਿੱਚ ਪਲਚਿਆ ਹੋਇਆ ਸੀ। ਇਸ ਵੇਲੇ ਵੀ ਆਪਣੇ ਮਕਾਨ ਦੀ 30ਵੀਂ ਮੰਜ਼ਲ ਦੇ ਕਮਰੇ ਵਿੱਚ ਬੈਠੇ ਇਸ ਨਵੀਂ ਕਠਿਨਾਈ ਤੋਂ ਛੁਟਕਾਰਾ ਪਾਉਣ ਦਾ ਕੋਈ ਢੰਗ ਸੋਚ ਰਹੇ ਸਨ। ਸ਼ਹਿਰ ਵਿੱਚ ਕਿਹੜਾ ਇਹੋ ਜਿਹਾ ਬੰਦਾ ਹੈ ਜਿਸ ਦੀ ਮਦਦ ਨਾਲ ਇਹ ਸੋਨੇ ਦੀ ਖਾਨ ਉਹਨਾਂ ਦੇ ਕਬਜ਼ੇ ਵਿੱਚ ਟਿਕਿਆ ਰਹਿ ਸਕੇ। ਇਸ ਗੱਲ ਨੂੰ ਘੋਖਦਿਆਂ ਇੱਕ ਕਸਟੋਡੀਅਨ ਅਫਸਰ ਦਾ ਨਾਂ ਉਹਨਾਂ ਦੇ ਸਾਹਮਣੇ ਆਇਆ। ਭਾਵੇਂ ਫਿਰਕੂ ਨੁਕਤੇ ਨਾਲ ਇਹ ਸਵਾਲ ਸ਼ੁਕਲ ਜੀ ਨੂੰ ਕੁਝ ਟੇਢਾ ਜਿਹਾ ਜਾਪਦਾ ਸੀ। ਉਹ ਜਾਣਦੇ ਸਨ ਕਿ ਅੱਜਕੱਲ ਕਾਂਗਰਸੀ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ, ਫਿਰਕਾ ਪ੍ਰਸਤੀ ਦੀ ਬਿਮਾਰੀ ਤੋਂ ਕੋਈ ਵਿਰਲਾ ਹੀ ਬਚਿਆ ਹੋਵੇਗਾ। ਉਹਨਾਂ ਨੂੰ ਖਤਰਾ ਸੀ ਕਿ ਉਹ ਅਫਸਰ ਭਾਵੇਂ ਪੱਕਾ ਕਾਂਗਰਸੀ ਸੁਣੀਂਦਾ ਹੈ ਪਰ ਹੈ ਸਿੱਖ, ਕਿਸੇ ਗੈਰ ਸਿੱਖ ਦੀ ਉਹ ਮਦਦ ਕਰੇਗਾ।
ਇਸ ਵਿੱਚ ਉਹਨਾਂ ਨੂੰ ਸ਼ੱਕ ਸੀ। ਉਹਨਾਂ ਦੀ ਮਾਯੂਸੀ ਵਿੱਚ ਹੋਰ ਵੀ ਵਾਧਾ ਹੋ ਗਿਆ ਜਦੋਂ ਉਹਨਾਂ ਨੂੰ ਇਹ ਵੀ ਭਿਣਕ ਪੈ ਚੁੱਕੀ ਸੀ ਕਿ ਉਹ ਅਫਸਰ ਨਾ ਤਾਂ ਰਿਸ਼ਵਤ ਲੈਂਦਾ ਹੈ, ਨਾ ਕਿਸੇ ਦੀ ਸਿਫਾਰਿਸ਼ ਮੰਨਦਾ ਹੈ। ਪਰ ਸ਼ੁਕਲ ਜੀ ਦਾ ਦਿਮਾਗ ਇਤਨਾ ਪੋਲਾ ਨਹੀਂ ਸੀ ਜਿਸ ਵਿੱਚ ਇਹ ਗੱਲ ਨਾ ਆਉਂਦੀ ਕਿ ਜੇ ਉਹ ਰਿਸ਼ਵਤ ਨਹੀਂ ਲੈਂਦਾ ਤੇ ਸਿਫਾਰਿਸ਼ ਵੀ ਨਹੀਂ ਮੰਨਦਾ ਤਾਂ ਫਿਰ ਐਡੇ ਵੱਡੇ ਐਸ਼ਵਰਯ ਦਾ ਮਾਲਕ ਕਿਕਨ ਬਣ ਗਿਆ। ਉਹਨਾਂ ਨੂੰ ਪਤਾ ਸੀ ਕਿ ਉਹ ਅਫਸਰ ਇੱਕ ਆਲੀਸ਼ਾਨ ਕੋਠੀ ਵਿੱਚ ਰਹਿੰਦਾ ਹੈ, ਉਸ ਪਾਸ 15,000 ਦੀ ਕਾਰ ਵੀ ਹੈ ਤੇ ਉਸਦੀ ਰਹਿਣੀ ਬਹਿਣੀ ਕਿਸੇ ਲੱਖਪਤੀ ਤੋਂ ਘੱਟ ਨਹੀਂ। ਸਭ ਤੋਂ ਵੱਡੀ ਗੱਲ ਕਿ ਉਹ ਕੋਈ ਖਾਨਦਾਨੀ ਅਮੀਰ ਵੀ ਨਹੀਂ। ਪਿਛਲੇ ਕਈਆਂ ਦਿਨਾਂ ਤੋਂ ਉਹ ਕਿਸੇ ਕਸਟੋਡੀਅਨ ਬਾਰੇ ਖੋਜ ਪੜਤਾਲ ਵਿੱਚ ਲੱਗੇ ਰਹੇ ਸਨ ਤੇ ਹਰ ਹੀਲੇ ਕੋਸ਼ਿਸ਼ ਕਰਦੇ ਰਹੇ ਕਿ ਕਿਹੜੀ ਚੋਰ ਤਾਕੀ ਥਾਣੀ ਉਸ ਦੇ ਅੰਦਰ ਵੜਿਆ ਜਾਵੇ। ਇਤਨੀ ਕੁ ਭਿਣਕ ਉਹਨਾਂ ਨੂੰ ਹੋਰ ਵੀ ਪੈ ਗਈ ਕਿ ਲੈਜਿਸਲੇਟਿਵ ਦੀ ਕਿਸੇ ਜਿਮਨੀ ਚੋਣ ਲਈ ਉਹ ਕਸਟੋਡੀਅਨ ਖੜੇ ਹੋਣ ਦਾ ਇਰਾਦਾ ਰੱਖਦਾ ਹੈ। ਸ਼ੁਕਲ ਜੀ ਲਈ ਇਹ ਭਿਣਕ ਬੜੀ ਕਾਰਗਰ ਸਾਬਿਤ ਹੋਈ, ਜਦਕਿ ਉਹ ਜਾਣਦੇ ਸਨ ਕਿ ਕਿਸੇ ਤਰ੍ਹਾਂ ਦੇ ਵੀ ਚੋਣ ਉਮੀਦਵਾਰ ਲਈ ਸਥਾਨਕ ਅਖਬਾਰਾਂ ਦੀ ਮਦਦ ਸਭ ਤੋਂ ਜ਼ਰੂਰੀ ਹੁੰਦੀ ਹੈ। ਫਿਰ ਸ਼ੁਕਲ ਜੀ ਵਰਗੇ ਅਖਬਾਰ ਨਵੀਸ ਦੀ ਮਦਦ ਤੋਂ ਬਿਨਾਂ ਕਿਵੇਂ ਕੋਈ ਆਪਣੇ ਮਨੋਰਥ ਵਿੱਚ ਸਫਲ ਹੋ ਸਕਦਾ ਹੈ। ਬਸ ਹੁਣ ਨਹੀਂ ਲਈਦਾ। ਬੈਠਿਆਂ ਬੈਠਿਆਂ ਸ਼ੁਕਲ ਨੇ ਖੁਸ਼ੀ ਦਾ ਨਾਅਰਾ ਮਾਰਿਆ। ਧੰਨਵਾਦ।